ਸੀਸਾ ਬੰਦੋਂ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਧ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਬਿਨਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਹੁਰ ਆਏ ਕਰ ਦੇਖਿਓ ਦੋ ਛੱਡਿਓ ਜਾਤ ਸਿਵਕਾ ਨਰ ਸੋ ਗਾਵਤ ਗਾਇਕ ਰਾਗ ਅਗਾਰੀ ਅਸ ਬਲੋਕ ਪਾ ਅਚਰਜ ਭਾਰੀ ਬਾਹੁਰ ਆਏ ਕਰ ਦੇਖਿਓ ਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਕੁਲ ਆਲਮ ਸਰਵਰੇ ਕਾਇਨਾਤ ਦਸਾਹੀਂ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜੀਆਂ ਦੀ ਕਲਿਆਣ ਕਰਦਿਆਂ ਹੋਇਆਂ ਸਤਿਗੁਰੂ ਇੱਕ ਐਸੇ ਨਗਰ ਵਿੱਚ ਪਹੁੰਚੇ ਹਨ ਜਿਹੜਾ ਸਾਰਾ ਹੀ ਨਗਰ ਠੱਗਾਂ ਦਾ ਸੀ। ਕੋਈ ਪਰਦੇਸੀ ਆਵੇ ਪਹਿਲਾਂ ਉਸ ਦੀ ਆਓ ਭਗਤ ਕਰਦੇ ਸਨ। ਰਾਤ ਦੇ ਵਕਤ ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਖਤਮ ਕਰਕੇ ਤੇ ਉਸ ਦਾ ਜਿਹੜਾ ਸਾਰਾ ਸਮਾਨ ਸੀ ਉਹ ਲੁੱਟ ਲੈਂਦੇ ਸਨ, ਖੋਹ ਲੈਂਦੇ ਸਨ। ਸਤਿਗੁਰੂ ਜੀ ਇੱਕ ਠੱਗ ਦੇ ਘਰ ਵਿੱਚ ਜਾਂਦੇ ਨੇ ਅਤੇ ਸਾਰੇ ਜਿਹੜੇ ਠੱਗ ਸਨ ਉਹ ਮਿਲ ਕੇ ਸਲਾਹ ਕਰਦੇ। ਉਹ ਠੱਗ ਨੂੰ ਕਹਿੰਦੇ ਨੇ ਕਿ ਤੇਰੇ ਘਰ ਜੋ ਆਏ ਹਨ ਇਹਨਾਂ ਦੀ ਮੱਥੇ ਦੀ ਜੋਤ ਬੜੀ ਪ੍ਰਕਾਸ਼ ਰਹੀ ਹੈ, ਇਹਨਾਂ ਕੋਲ ਪੈਸਾ ਜਿਹੜਾ ਉਹ ਖਾਸਾ ਹੋਵੇਗਾ, ਰਾਤ ਤੇ ਤੇਰੇ ਘਰੇ ਰਹਿਣਗੇ, ਇਹਨਾਂ ਦੀ ਸੇਵਾ ਕਰ ਤੇ ਇਹਨਾਂ ਕੋਲੋਂ ਜਿਹੜਾ ਧਨ ਖੋਵੇਂਗਾ ਉਹ ਅਸੀਂ ਸਾਰਾ ਆਪਸ ਵਿੱਚ ਵੰਡ ਲਾਂਗੇ। ਇਹ ਸਲਾਹ ਕੀਤੀ ਹੈ। ਰਾਤ ਪੈਣ ਤੇ ਸਾਰੇ ਸੌਂ ਗਏ ਨੇ। ਐਸੇ ਫਿਰ ਨੀਂਦ ਦੇ ਬਸੀਕਾਰ ਹੋਏ ਨੇ ਕਿ ਦਿਨ ਚੜ੍ਹ ਗਿਆ ਫਿਰ ਵੀ ਉੱਠਿਆ ਨਾ ਗਿਆ। ਸੂਰਜ ਚੜ੍ਹਨ ਤੇ ਸਤਿਗੁਰੂ ਚਲੇ ਗਏ ਹਨ। ਜਦ ਦਿਨ ਚੜ੍ਹਦਾ ਏ ਦੂਜੇ ਠੱਗ ਸਾਰੇ ਇਸ ਦੇ ਘਰੇ ਆਉਂਦੇ ਨੇ, ਕਹਿੰਦੇ ਨੇ ਲਿਆ ਬਈ ਸਾਡਾ ਹਿੱਸਾ। ਉਹ ਕਹਿਣ ਲੱਗਾ ਹਿੱਸਾ ਕਾਹਦਾ? ਉਹ ਤਾਂ ਸਾਨੂੰ ਵੀ ਸੁੱਤਿਆਂ ਨੂੰ ਛੱਡ ਕੇ ਚਲੇ ਗਏ। ਪਹਿਲਾਂ ਤਾਂ ਯਕੀਨ ਨਹੀਂ ਕੀਤਾ, ਪਰ ਬਾਅਦ ਵਿੱਚ ਜਦ ਆਪਣੇ ਪੀਰਾਂ ਦੀ ਲੱਗਾ ਸਹੁੰ ਖਾਣ, ਫਿਰ ਚਾਰ ਮਨੁੱਖ ਜਿਹੜੇ ਨੇ ਉਹ ਤਿਆਰ ਹੋਏ ਨੇ ਕਿ ਆਪਾਂ ਰਸਤੇ 'ਚ ਹੀ ਇਹਨਾਂ ਨੂੰ ਰੋਕ ਲੈਂਦੇ ਹਾਂ। ਕਿੰਨੀ ਕੁ ਦੂਰ ਗਏ ਹੋਣਗੇ? ਇਹ ਇਲਾਕਾ ਸਾਰਾ ਹੀ ਸਾਡਾ ਹੈ, ਨਾਲੇ ਅਸੀਂ ਇਲਾਕੇ ਦੇ ਭੇਤੀ ਹਾਂ। ਤਿਆਰ ਹੋ ਕੇ ਸ਼ਸਤਰਾਂ ਦੇ ਨਾਲ ਚੱਲ ਪਏ। 5 ਕੋਹ ਦੀ ਦੂਰੀ 'ਤੇ ਜਾ ਕੇ ਦੇਖਿਆ ਸਤਿਗੁਰੂ ਜਾ ਰਹੇ ਹਨ। ਉੱਚੀ ਆਵਾਜ਼ ਦਿੱਤੀ ਹੈ ਰੁਕ ਜਾਓ। ਸਤਿਗੁਰੂ ਰੁਕ ਗਏ। ਕਹਿਣ ਲੱਗੇ ਕਿ ਛਲ ਕਰਕੇ ਚੱਲੇ ਕਿੱਧਰ ਹੋ? ਸਾਡੇ ਨਗਰ ਦੀ ਰੀਤ ਹੈ ਕਿ ਇੱਥੇ ਕੋਈ ਪਰਦੇਸੀ ਆਵੇ ਆ ਤੇ ਆਪਣੀ ਮਰਜ਼ੀ ਨਾਲ ਜਾਂਦਾ ਹੈ, ਪਰ ਜਾਂਦਾ ਇੱਥੋਂ ਫਿਰ ਸਾਡੀ ਮਰਜ਼ੀ ਨਾਲ ਹੀ ਹੈ। ਉਸ ਨੂੰ ਪਹਿਲਾਂ ਖਤਮ ਕਰਦੇ ਹਾਂ ਤੇ ਫਿਰ ਉਹਦਾ ਸਮਾਨ ਲੁੱਟਦੇ ਹਾਂ।
ਜਿਉਂਦੇ ਤਾਂ ਨਹੀਂ ਛੱਡਦੇ ਕਿ ਹੋਰ ਕਿਸੇ ਨੂੰ ਜਾ ਕੇ ਸਾਡੀ ਖਬਰ ਨਾ ਕਰੇ, ਲੋਕ ਆਉਣੋਂ ਨਾ ਹਟ ਜਾਣ, ਇੱਧਰੋਂ ਲੰਘਣੋਂ ਨਾ ਹਟ ਜਾਣ। ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਤੁਸੀਂ ਸਾਨੂੰ ਖਤਮ ਕਰਨਾ ਧਾਰ ਹੀ ਲਿਆ ਹੈ, ਫਿਰ ਤੁਸੀਂ ਆ ਸ਼ਸਤਰਾਂ ਦੇ ਨਾਲ ਆਏ ਹੋ, ਅਸੀਂ ਕਿਤੇ ਹੋਰ ਚਲੇ ਤਾਂ ਨਹੀਂ ਜਾਣਾ, ਪਰ ਸਾਡੀ ਵੀ ਇੱਕ ਗੱਲ ਮੰਨੋ। ਉਹ ਕਹਿਣ ਲੱਗੇ ਕੀ ਮਹਾਰਾਜ ਦੇ ਦਰਸ਼ਨਾਂ ਨੇ ਇਹਨਾਂ ਦੇ ਮਨ ਵੀ ਫਿਰ ਬਦਲ ਦਿੱਤੇ, ਦਇਆ ਆਈ ਇਹਨਾਂ ਅੰਦਰ। ਪੁੱਛਦੇ ਹਨ ਦੱਸੋ। ਗੁਰਦੇਵ ਕਹਿੰਦੇ ਨੇ ਕਿ ਜਦ ਖਤਮ ਕਰੋਗੇ ਤੇ ਬਾਅਦ ਵਿੱਚ ਸਾਡੇ ਸਰੀਰਾਂ ਦਾ ਸੰਸਕਾਰ ਜ਼ਰੂਰ ਕਰ ਦਿਓ। ਕਹਿਣ ਲੱਗੇ ਅੱਗ ਤਾਂ ਹੈ ਨਹੀਂ ਨੇੜੇ। ਗੁਰਦੇਵ ਨੇ ਫਿਰ ਆਪਣੀ ਦ੍ਰਿਸ਼ਟੀ ਪਾਈ ਹੈ ਇੱਕ ਬਲਦੀ ਚਿਖਾ 'ਤੇ। ਗੁਰਦੇਵ ਕਹਿੰਦੇ ਨੇ ਉਹ ਸਾਹਮਣੇ ਅੱਗ ਦਿਸਦੀ ਹੈ। ਕਹਿਣ ਲੱਗੇ ਹਾਂ। ਮਹਾਰਾਜ ਕਹਿੰਦੇ ਉੱਥੋਂ ਲੈ ਆਓ। 2 ਜਣੇ ਤੁਰ ਪਏ ਨੇ, 2 ਉੱਥੇ ਖਲੋ ਗਏ ਨੇ ਸ਼ਸਤਰਾਂ ਨੂੰ ਲੈ ਕੇ ਪਹਿਰੇ ਦੇ ਉੱਤੇ ਕਿ ਬਸ ਆਉਂਦਿਆਂ ਹੀ ਇਹਨਾਂ ਨੂੰ ਖਤਮ ਕਰ ਦੇਣਾ ਹੈ। ਜਦੋਂ 2 ਠੱਗ ਅੱਗੇ ਚੱਲ ਕੇ ਗਏ ਨੇ, ਕੀ ਦੇਖਦੇ ਹਨ ਰਸਤੇ ਵਿੱਚ ਬੜੇ ਭਿਆਨਕ ਸ਼ਕਲ ਵਾਲੇ ਬੜੇ ਲੰਬੇ ਲੰਬੇ ਮਨੁੱਖ ਹਨ। ਇੱਕ ਬੰਦੇ ਨੂੰ ਬੜੀਆਂ ਸਜ਼ਾਵਾਂ ਦਿੰਦਿਆਂ ਹੋਇਆਂ ਮਾਰਦਿਆਂ ਹੋਇਆਂ ਲਿਜਾ ਰਹੇ। ਡਰਦਿਆਂ ਬਚਦਿਆਂ ਬਚਾਉਂਦਿਆਂ ਉਹਨਾਂ ਤੋਂ ਅੱਗੇ ਚਲੇ ਗਏ ਅੱਗ ਲਈ। ਜਦ ਵਾਪਸ ਆਉਂਦੇ ਹਨ ਤੇ ਦੇਖਦੇ ਨੇ ਉਹੀ ਮਨੁੱਖ ਨੂੰ ਪਾਲਕੀ 'ਚ ਬਿਠਾਇਆ। ਗਵਈਏ ਅੱਗੇ ਗਾ ਰਹੇ ਹਨ, ਉਹਦੀ ਜੈ ਜੈਕਾਰ ਹੁੰਦੀ ਜਾ ਰਹੀ ਹੈ। ਇੱਥੋਂ ਤੱਕ ਆਪਾਂ ਵਿਚਾਰ ਕੱਲ ਸਰਵਣ ਕੀਤੀ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਸਾਹਿਬ ਜੀ ਦੀ ਜੀ ਉਹ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਹੈ। ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਬੇਅੰਤ ਰਹਿਮਤਾਂ ਸਤਿਗੁਰੂ ਜੀ ਨੇ ਸਾਡੇ 'ਤੇ ਕੀਤੀਆਂ ਹਨ। ਉਪਦੇਸ਼ ਸਾਡੀ ਝੋਲੀ ਪਾਇਆ ਹੈ, ਜਿਸ ਤਰ੍ਹਾਂ ਅੱਗੇ ਬਖਸ਼ਿਸ਼ ਕਰ ਰਹੇ ਨੇ। ਆਓ ਸਰਵਣ ਕਰੀਏ। ਸਾਰੇ ਹੀ ਸਤਿਗੁਰਾਂ ਨੂੰ ਅਦਬ ਦੇ ਨਾਲ ਅਸੀਸ ਝੁਕਾਓ, ਦਿਓ ਅਸੀਸ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਰੇ ਆਏ ਕਰ ਦੇਖਿਓ ਦੋ। ਜਦੋਂ ਮਨੁੱਖ ਅੱਗ ਲੈਣ ਵਾਸਤੇ ਗਏ ਨੇ, ਚਿਖਾ ਬਲਦੀ ਦੇਖੀ ਹੈ, ਅੱਗ ਲੈ ਲਈ ਹੈ। ਉਹ ਅੱਗ ਲੈ ਕੇ ਜਦ ਵਾਪਸ ਆ ਰਹੇ ਸਨ ਤੇ ਰਸਤੇ ਵਿੱਚ ਫਿਰ ਦੇਖਦੇ ਨੇ ਚੜਿਓ ਜਾਤ ਸਿਵਕਾ ਨਰ ਸੋਊ। ਕੀ ਦੇਖਿਆ ਕਿ ਜਾਂਦਿਆਂ ਜਿਸ ਨੂੰ ਮਾਰ ਪੈਂਦਿਆਂ ਦੇਖੀ ਸੀ, ਬੜੇ ਇਹ ਲੰਬੇ ਜਿਹੜੇ ਮਨੁੱਖ ਸਨ, ਜਿਨ੍ਹਾਂ ਦੀ ਹੋਰ ਹੀ ਤਰ੍ਹਾਂ ਦੀਆਂ ਸ਼ਕਲਾਂ ਹਨ, ਬੜੇ ਭਿਅੰਕਰ ਹਨ ਤੇ ਮਾਰ ਰਹੇ ਸਨ। ਹੁਣ ਇਹਨੂੰ ਵਾਪਸ ਆਉਂਦੇ ਨੂੰ ਇੰਨਾ ਮਾਨ ਦੇ ਰਹੇ ਹਨ। ਗਾਵਤ ਗਾਇਕ ਰਾਗ ਅਗਾਰੀ। ਇਹਨੂੰ ਬਵਾਨ ਤੇ ਚੜਾਇਆ ਹੋਇਆ, ਪਾਲਕੀ ਤੇ ਚੜਾਇਆ ਹੋਇਆ। ਤੇ ਜਿਹੜੇ ਗਵਈਏ ਹਨ, ਜਿਸ ਤਰ੍ਹਾਂ ਕਿਸੇ ਰਾਜੇ ਦੀ ਸਵਾਰੀ ਨੂੰ ਲੈ ਕੇ ਜਾਂਦੇ ਨੇ, ਅੱਗੇ ਗਵਈਏ ਗਾਉਂਦੇ ਜਾਂਦੇ ਹਨ, ਇਸ ਤਰ੍ਹਾਂ ਇਸ ਮਨੁੱਖ ਨੂੰ ਪਾਲਕੀ ਤੇ ਚੜਾ ਕੇ ਅੱਗੇ ਗਵਈਏ ਗਾਉਂਦੇ ਜਾ ਰਹੇ ਹਨ ਬੜੇ ਅਦਬ ਦੇ ਨਾਲ। ਅਸ ਬਿਲੋਕ ਪਾ ਅਚਰਜ ਪਾਰੀ। ਇਹ ਦੇਖ ਕੇ ਮਨ ਵਿੱਚ ਬੜੀ ਹੈਰਾਨੀ ਹੋਈ ਹੈ। ਤੇ ਹੈਰਾਨੀ ਤਾਂ ਆਪੇ ਹੀ ਹੋਣੀ ਸੀ ਕਿ ਪਹਿਲਾਂ ਦੇਖਿਆ ਕਿ ਬੰਦੇ ਨੂੰ ਸਜ਼ਾ ਮਿਲ ਰਹੀ ਹੈ, ਆਉਂਦਿਆਂ ਦੇਖਦੇ ਇਸੇ ਬੰਦੇ ਨੂੰ ਪਾਲਕੀ 'ਚ ਬਿਠਾਇਆ, ਬੜੇ ਅਦਬ ਨਾਲ ਲਿਜਾ ਰਹੇ ਹਨ। ਬਿਨ ਪੁੱਛੇ ਤੇ ਜਾਏ ਨਾ ਜਾਣਾ। ਪੁੱਛੇ ਤੋਂ ਬਿਨਾਂ ਹੁਣ ਵਾਪਸ ਜਾਣ ਦਾ ਚਿੱਤ ਨਹੀਂ ਕਰਦਾ ਕਿ ਪੁੱਛ ਕੇ ਚੱਲੀਏ। ਪਹਿਲਾਂ ਮਾਰ ਪੈਂਦੀ ਦੇਖ ਕੇ ਤਾਂ ਡਰ ਗਏ, ਹੁਣ ਤਾਂ ਇਹ ਗਾਉਂਦੇ ਜਾ ਰਹੇ ਹਨ। ਪਾਲਕੀ ਦੇ ਵਿੱਚ ਬਿਠਾਇਆ ਹੈ ਇਸ ਨੂੰ ਬਬਾਨ ਤੇ, ਕੌਣ ਹੈ ਤੇ ਪੁੱਛ ਕੇ ਚੱਲਦੇ ਹਾਂ। ਪੂਰਬ ਸੰਕਟ ਦੇਤ ਮਹਾਨਾ। ਪਹਿਲਾਂ ਤਾਂ ਇਸ ਨੂੰ ਬੜੀ ਭਾਰੀ ਸਜ਼ਾ ਦੇ ਰਹੇ ਸੀ, ਅਬੇ ਆਨੰਦ ਸੋ ਮਾਰਗ ਜਾਏ। ਹੁਣ ਬੜੇ ਆਨੰਦ ਦੇ ਨਾਲ ਰਸਤੇ 'ਚ ਜਾ ਰਿਹਾ ਹੈ। ਕਰ ਵਿਚਾਰਿਓ ਤਿਹ ਟਿਗ ਆਏ। ਆਪਸ ਵਿੱਚ ਵਿਚਾਰ ਕਰ ਲਈਏ ਦੋਨਾਂ ਨੇ ਤੇ ਉਹਨਾਂ ਦੇ ਕੋਲ ਆ ਗਏ ਹਨ। ਸਵਈਆ ਕੌਣ ਹੈ ਸਿਵ ਕਾ ਪਰ ਜਾਵਤ। ਆ ਕੇ ਪੁੱਛਦੇ ਹਨ ਕਿ ਭਾਈ ਇਹ ਕੌਣ ਹੈ ਜਿਹਨੂੰ ਤੁਸੀਂ ਪਾਲਕੀ 'ਚ ਬਿਠਾਇਆ ਹੈ, ਜਿਹਦੀ ਇੰਨੀ ਸੇਵਾ ਕਰ ਰਹੇ ਹੋ, ਇਹ ਮਨੁੱਖ ਕੌਣ ਹੈ। ਪੂਰਬ ਸ਼ਾਸਨ ਦੇਵਤ ਜਾਹੀ। ਪਹਿਲਾਂ ਤਾਂ ਜਦੋਂ ਅਸੀਂ ਇੱਧਰੋਂ ਲੰਘੇ ਸੀ, ਜਾਂਦਿਆਂ ਦੇਖਿਆ ਸੀ ਕਿ ਇਹਨੂੰ ਤੁਸੀਂ ਸਜ਼ਾਵਾਂ ਦੇ ਰਹੇ ਸੀ, ਇਹਨੂੰ ਬੜੀ ਭਾਰੀ ਮਾਰ ਪੈ ਰਹੀ ਸੀ। ਦੂਤਨ ਬੈਨ ਭਨੇ ਇਹ ਪਾਪੀ। ਜਿਹੜੇ ਉਹ ਦੂਤ ਸਨ ਨਾ, ਜਿਹੜੇ ਹੁਣ ਪਾਲਕੀ 'ਚ ਚੁੱਕ ਕੇ ਲਿਜਾ ਰਹੇ ਨੇ, ਉਹ ਹੁਣ ਦੱਸਦੇ ਹਨ ਕਿ ਕੌਣ ਹੈ। ਕਹਿੰਦੇ ਨੇ ਕਿ ਸੁਣੋ, ਇਹ ਬਹੁਤ ਵੱਡਾ ਪਾਪੀ ਮਨੁੱਖ ਸੀ, ਇਹਨੇ ਬੜੇ ਪਾਪ ਕੀਤੇ ਸਨ। ਜਦੋਂ ਬੰਦਾ ਪਾਪ ਕਰਦਾ ਹੈ ਉਦੋਂ ਪਾਪ ਹੁੰਦੇ ਤਾਂ ਬੁਰੇ ਨੇ, ਪਰ ਪਾਪੀ ਨੂੰ ਪਿਆਰੇ ਲੱਗਦੇ ਨੇ। ਪਾਪ ਬੁਰਾ, ਪਾਪੀ ਕਉ ਪਿਆਰਾ। ਪਰ ਗੁਰਦੇਵ ਦੇ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ,
ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਉਹਨਾਂ ਪਾਪੀਆਂ ਨੂੰ ਤਾਂ ਮਾਤ ਲੋਕ ਤੋਂ ਹੀ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ, ਫਿਰ ਪਰਲੋਕ ਤੱਕ ਮਾਰ ਖਾਂਦੇ ਜਾਂਦੇ ਹਨ। ਅਨੇਕਾਂ ਜਿਹੜੀਆਂ ਸਜ਼ਾਵਾਂ ਹਨ ਉਹ ਗ੍ਰੰਥਾਂ ਦੇ ਵਿੱਚ ਵਰਣਨ ਕੀਤੀਆਂ ਹਨ। ਸੋ ਰਸਤੇ ਵਿੱਚ ਇਹਨੂੰ ਬੜੀ ਮਾਰ ਪੈਂਦੀ ਜਾ ਰਹੀ ਸੀ। ਪੁੱਛਦੇ ਨੇ ਕਿਉਂ, ਤੇ ਉਹ ਦੂਤ ਕਹਿੰਦੇ ਹਨ ਕਿ ਬਹੁਤ ਵੱਡਾ ਪਾਪੀ ਮਨੁੱਖ ਸੀ। ਦੇਨ ਵੱਡੋ ਦੁੱਖ ਲਾਇਕ ਆਹੀ। ਜਿਹੜਾ ਹੈ ਹੀ ਪਾਪੀ, ਉਹਨੂੰ ਅਸੀਂ ਇੱਥੋਂ ਮਾਤ ਲੋਕ ਤੋਂ ਜਦ ਲੈ ਕੇ ਜਾਂਦੇ ਹਾਂ ਉਦੋਂ ਹੀ ਉਹਨੂੰ ਸਜ਼ਾਵਾਂ ਦਿੰਦੇ ਹਾਂ। ਧੂਮ ਚਿਖਾ ਭਿਖਿਓ ਗੁਰ ਨਾਨਕ। ਪਰ ਹੁਣ ਹੋਇਆ ਕੀ ਹੈ, ਸੁਣੋ ਕਿ ਇਹਦੀ ਜਿਹੜੀ ਚਿਖਾ ਸੀ ਨਾ, ਉਹ ਚਿਖਾ ਦੇ ਵਿੱਚੋਂ ਧੂੰਆਂ ਨਿਕਲ ਰਿਹਾ। ਜਿੱਥੋਂ ਤੁਸੀਂ ਅੱਗ ਲੈ ਕੇ ਆਏ ਹੋ, ਉਹ ਚਿਖਾ ਦੇ ਵੱਲ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਇਹਦੀ ਚਿਖਾ ਵੱਲ ਦੇਖਿਆ ਹੈ। ਹੋਏ ਪੁਨੀਤ ਗਇਓ ਛਿਨ ਮਾਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਮੇ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਲ। ਇਹ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ ਕਿ ਜਿਹਦੇ ਵੱਲ ਸਤਿਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਭਰ ਕੇ ਦੇਖ ਲੈਣ, ਉਸ ਪਾਪੀ ਦੇ ਪਾਪ ਨਾਸ ਹੋ ਜਾਂਦੇ ਨੇ। ਆਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਐਸੀ ਗੁਰਾਂ ਦੀ ਮਿਹਰ ਦੀ ਦ੍ਰਿਸ਼ਟੀ ਦੇ ਵਿੱਚ ਬਖਸ਼ਿਸ਼ ਹੈ, ਐਸੀ ਮਿਹਰ ਹੈ। ਕਹਿਣ ਲੱਗੇ ਦੀ ਬਲ ਦੀ ਚਿਖਾ ਦੇ ਵੱਲ ਗੁਰੂ ਨਾਨਕ ਸਾਹਿਬ ਜੀ ਨੇ ਨਿਗਾਹ ਭਰ ਕੇ ਦੇਖਿਆ। ਇਹ ਬੜਾ ਵੱਡਾ ਪਾਪੀ ਸੀ, ਪਰ ਹੁਣ ਪੁਨੀਤ ਪਵਿੱਤਰ ਹੋ ਗਿਆ ਹੈ। ਸ਼ਾਸਨ ਤੇ ਛੁੱਟ ਪ੍ਰਾਪਤ ਭਾ ਸੁਖ। ਪਾਪਾਂ ਕਰਕੇ ਸਜ਼ਾ ਪਾ ਰਿਹਾ ਸੀ, ਪਰ ਗੁਰੂ ਕੀ ਦ੍ਰਿਸ਼ਟੀ ਦੇ ਇਹਨੂੰ ਪਵਿੱਤਰ ਕਰ ਦਿੱਤਾ ਹੈ। ਇਸ ਕਰਕੇ ਇਹਨੂੰ ਹੁਣ ਅਸੀਂ ਸਜ਼ਾ ਨਹੀਂ ਦੇ ਰਹੇ, ਇਹ ਸਜ਼ਾ ਤੋਂ ਬਚ ਗਿਆ ਹੈ। ਕੀਨ ਜੇ ਪਾਪ ਰਹਿਓ ਇੱਕ ਨਾਹੀ। ਜਿਹੜੇ ਨੇ ਪਾਪ ਕੀਤੇ ਸਨ, ਗੁਰੂ ਦੀ ਐਸੀ ਕਿਰਪਾ ਹੋਈ। ਗੁਰੂ ਕੀਆਂ ਗੁਰੂ ਜਾਣਦੇ ਹਨ, ਕਰਤੇ ਕੀਮਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਿ ਕਿਹਦੇ ਉੱਤੇ ਸਤਿਗੁਰੂ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਪਾ ਕੇ ਉਹਨੂੰ ਨਿਹਾਲ ਕਰ ਦੇਣਾ ਹੈ, ਉਹਨੂੰ ਤਾਰ ਦੇਣਾ। ਜਿਸ ਤਰ੍ਹਾਂ ਕੱਲ੍ਹ ਦੇ ਪ੍ਰਸੰਗ 'ਚ ਸਰਵਣ ਕੀਤਾ ਸੀ ਕਿ ਵਪਾਰੀ ਨੂੰ ਇੱਕੋ ਦ੍ਰਿਸ਼ਟੀ ਦੇ ਨਾਲ ਨਿਹਾਲ ਕੀਤਾ। ਭਾਈ ਬਾਲਾ ਜੀ ਕਹਿੰਦੇ ਮੈਂ ਪੁੱਛਿਆ ਮਹਾਰਾਜ ਇਹਨੇ ਤਾਂ ਕੋਈ ਸੇਵਾ ਨਹੀਂ ਕੀਤੀ, ਪਰ ਗੁਰਦੇਵ ਕਹਿੰਦੇ ਦੇ ਪੂਰਬਲੇ ਪੁੰਨ ਸਨ। ਪਿਛਲੇ ਜਨਮ ਵਿੱਚ ਇਹਨੇ ਸੰਗਤ ਕੀਤੀ ਸੀ। ਇਹਦਾ ਸਰੀਰ ਇਸ ਤਰ੍ਹਾਂ ਸੀ ਮਾਨੋ ਕਿ ਦੀਵੇ ਵਿੱਚ ਤੇਲ ਵੀ ਪਿਆ ਹੋਵੇ ਤੇ ਬੱਤੀ ਵੀ ਪਈ ਹੋਵੇ, ਕੇਵਲ ਇਹਨੂੰ ਅੱਗ ਦੀ ਲੋੜ ਸੀ। ਇੱਦਾਂ ਗੁਰੂ ਸਾਹਿਬ ਜੀ ਨੇ ਅਨੇਕਾਂ ਨੂੰ ਤਾਰਿਆ ਹੈ। ਇੱਥੇ ਇਹ ਦੂਤ ਕਹਿਣ ਲੱਗੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਪੈਣ ਦੇ ਨਾਲ ਇਹਦੇ ਪਾਪ ਨਾਸ ਹੋ ਗਏ ਹਨ। ਸਵਈਆ ਨਾਨਕ ਕੌਣ ਬਤਾਏ ਹਮੈ। ਇਹ ਜਿਹੜੇ ਦੋ ਬੰਦੇ ਅੱਗ ਲੈਣ ਆਏ ਸੀ, ਇਹਨਾਂ ਨੂੰ ਕੀ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਕੌਣ ਹਨ। ਇਹਨਾਂ ਨੇ ਤਾਂ ਆਪਣੇ ਵੱਲੋਂ, ਇਹਨਾਂ ਦਾ ਸੁਭਾਅ ਸੀ ਕਿ ਕੋਈ ਪਰਦੇਸੀ ਆਵੇ ਤੇ ਮਾਰ ਕੇ ਧਨ ਖੋਹ ਲੈਂਦੇ ਸੀ। ਹੁਣ ਜਿਹੜੇ ਮਾਲਕ ਦੀ ਕਿਰਪਾ ਵਾਲੇ ਨੇ, ਉਹ ਤਾਂ ਹਰੇਕ 'ਚ ਰੱਬੀ ਜੋਤ ਦੇ ਕੇ ਉਹਦਾ ਸਨਮਾਨ ਕਰਦੇ ਹਨ। ਆਏ ਗਏ ਦੀ ਆਓ ਭਗਤ ਕਰਦੇ ਹਨ ਕਿ ਮਾਲਕ ਨੇ ਕਿਹੜੇ ਸਰੂਪ ਦੇ ਵਿੱਚ ਆ ਕੇ ਦਰਸ਼ਨ ਦੇ ਕੇ ਨਿਹਾਲ ਕਰਨਾ ਹੈ। ਜੇ ਦ੍ਰਿਸ਼ਟੀ ਐਸੀ ਬਣ ਜਾਵੇ ਤਾਂ ਭਗਤ ਨਾਮਦੇਵ ਜੀ ਹਰੇਕ ਦੇ ਵਿੱਚੋਂ ਰੱਬ ਦੀ ਮੂਰਤ ਦੇਖਦੇ ਹਨ, ਪਰ ਜਿਹਦੀ ਨਾ ਬਣੇ ਉਹ ਗੁਰੂ ਕੋਲ ਬੈਠ ਕੇ ਵੀ ਗੁਰੂ ਨੂੰ ਪਛਾਣ ਨਹੀਂ ਸਕਦਾ। ਇਹ ਪੁੱਛਦੇ ਹਨ ਇਹਨਾਂ ਦੂਤਾਂ ਨੂੰ ਕਿ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਦ੍ਰਿਸ਼ਟੀ ਦੇ ਨਾਲ ਇਹਦੇ ਪਾਪ ਖਤਮ ਹੋ ਗਏ, ਸੜ ਗਏ, ਉਹ ਗੁਰੂ ਨਾਨਕ ਕੌਣ ਹਨ। ਸੁਨ ਦੂਤ ਕਹੈ ਤੁਮ ਰਹਿ ਟਿਕ ਜੋ। ਸੁਣ ਕੇ ਦੂਤ ਅੱਗੋਂ ਕਹਿਣ ਲੱਗੇ, ਕਹਿੰਦੇ ਨੇ ਕਿ ਜਿਹੜੇ ਤੁਹਾਡੇ ਪਾਸ ਹਨ ਮਾਰਨ ਹੇਤ ਖਸੋਟਨ ਕੇ ਤੁਮ। ਜਿਨ੍ਹਾਂ ਨੂੰ ਤੁਸੀਂ ਮਾਰਨਾ ਹੈ ਤੇ ਮਾਰਨ ਤੋਂ ਬਾਅਦ ਉਹਨਾਂ ਦਾ ਧਨ ਖੋਣ ਦਾ ਯਤਨ ਕਰ ਰਹੇ ਹੋ। ਜਾ ਕੇ ਆਏ ਗੁਰੂ ਨਾਨਕ ਸੋ। ਉਹਨਾਂ ਦਾ ਨਾਮ ਗੁਰੂ ਨਾਨਕ ਸਾਹਿਬ ਹੈ, ਜਿਨ੍ਹਾਂ ਵਾਸਤੇ ਤੁਸੀਂ ਇੱਥੇ ਅੱਗ ਲੈਣ ਆਏ ਹੋ ਨਾ, ਜਿਨ੍ਹਾਂ ਨੂੰ ਜਾ ਕੇ ਤੁਸੀਂ ਖਤਮ ਕਰਨ ਦਾ ਯਤਨ ਕਰਦੇ ਹੋ ਕਿ ਇਹਨਾਂ ਨੂੰ ਖਤਮ ਕਰਕੇ ਇਹਨਾਂ ਪਾਸੋਂ ਸਾਜੋ ਸਮਾਨ ਵਸਤੂਆਂ ਖੋਹ ਲਵਾਂਗੇ। ਜੋ ਸੁਣ ਕੇ ਬਿਸਮਾਏ ਹਿਰਦੇ। ਇਹ ਗੱਲ ਸੁਣ ਕੇ ਹੁਣ ਇਹਨਾਂ ਦੇ ਅੰਦਰ ਡਰ ਗਏ, ਮਨ ਦੇ ਵਿੱਚ ਬੜੇ ਹੈਰਾਨ ਹੋਏ ਹਨ। ਹਮ ਕੋ ਧ੍ਰਿਕ ਧਾਏ ਚਲੇ ਤਬ ਦੋ। ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡਾ ਜੀਵਨ ਧਰਕਾਰ ਹੈ, ਆਪਣੇ ਆਪ ਨੂੰ ਧਰਕਾਰਾਂ ਪਾਉਂਦੇ ਹਨ। ਤੇ ਛੇਤੀ ਦੇ ਨਾਲ ਜਦੋਂ ਹਿਰਦੇ ਇਹਨਾਂ ਦੇ ਡਰ ਗਏ ਨੇ ਨਾ ਕਿ ਜਿਨ੍ਹਾਂ ਮਾਲਕ ਦੀ ਦ੍ਰਿਸ਼ਟੀ ਪੈਣ ਦੇ ਨਾਲ ਇਹ ਪਾਪੀ ਦੇ ਪਾਪ ਸੜ ਗਏ। ਪਹਿਲਾਂ ਇਹਨੂੰ ਸਜ਼ਾਵਾਂ ਮਿਲ ਰਹੀਆਂ ਸਨ, ਹੁਣ ਇਹਨੂੰ ਬਬਾਨ ਤੇ ਬਿਠਾ ਕੇ ਲਿਜਾ ਰਹੇ ਨੇ। ਐਸੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਨਦਰ ਦੇ ਨਾਲ ਹੀ ਪਾਪੀ ਨਿਹਾਲ ਹੋ ਜਾਂਦੇ ਨੇ। ਨਾਨਕ ਨਦਰੀ ਨਦਰ ਨਿਹਾਲ। ਅਸੀਂ ਇੰਨਾ ਵੱਡਾ ਪਾਪ ਕੀਤਾ, ਅਪਰਾਧ ਕੀਤਾ,
ਅੰਦਰ ਇਹਨਾਂ ਦੇ ਡਰ ਗਏ ਤੇ ਆਪਣੇ ਆਪ ਨੂੰ ਧਰਕਾਰਾਂ ਪਾਉਣ ਲੱਗੇ ਤੇ ਛੇਤੀ ਨਾਲ ਦੌੜ ਪਏ ਹਨ। ਆਨ ਗਏ ਪਦ ਪੰਕਜ ਪਾਨਸੋ, ਡਰ ਗਏ ਅੰਦਰ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਠੱਗ ਪੈ ਗਏ। ਬੈਨ ਪਨੇ ਤੁਮਰੋ ਦੁਖ ਖੋਊ, ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ ਤੇ ਸਾਡੀਆਂ ਭੁੱਲਾਂ ਨਾ ਚਿਤਾਰਿਓ। ਦੋਹਰਾ ਸਰਬ ਬਿਰਤਾਂਤ ਦਿਖਾਏ ਕੈ, ਇਹ ਸਾਰਾ ਬਿਰਤਾਂਤ ਆਪ ਜੀ ਨੇ ਸਾਨੂੰ ਦਿਖਾਇਆ ਹੈ। ਸ਼ਰਧਾ ਆਪਣੀ ਦੀਨ, ਕਿਉਂ ਦਿਖਾਇਆ? ਆਪਣੀ ਸ਼ਰਧਾ ਦੇਣ ਵਾਸਤੇ ਕਿ ਸਾਨੂੰ ਤੁਹਾਡੇ ਪ੍ਰਤੀ ਸਾਡੀ ਸ਼ਰਧਾ ਵੱਜ ਜਾਵੇ। ਕਿਉਂਕਿ ਮਹਾਰਾਜ ਜੀ ਆਪ ਹੀ ਇਹ ਕੌਤਕ ਦਿਖਾਉਣ ਵਾਲੇ ਹਨ ਕਿ ਜਿਨ੍ਹਾਂ ਨੂੰ ਉਪਦੇਸ਼ ਦੇਣਾ ਹੈ ਉਹਨਾਂ ਅੰਦਰ ਪਹਿਲਾਂ ਪੂਰਨ ਸ਼ਰਧਾ ਵੱਜ ਜਾਵੇ, ਫਿਰ ਇਹ ਉਪਦੇਸ਼ ਲੈਣ ਦੇ ਅਧਿਕਾਰੀ ਬਣਨਗੇ। ਇਹ ਕਹਿਣ ਲੱਗੇ ਹੱਥ ਜੋੜ ਕੇ ਕਿ ਤੁਸੀਂ ਧੰਨ ਹੋ, ਤੁਸੀਂ ਸਾਨੂੰ ਆਪ ਹੀ ਕਿਰਪਾ ਕਰਕੇ ਸਾਰਾ ਬਿਰਤਾਂਤ ਦਿਖਾਇਆ ਹੈ। ਕਰਤ ਕੁਕਰਮ ਬਹੋਰ ਨੇ, ਸਾਨੂੰ ਕੁਕਰਮ ਅਸੀਂ ਕਰਦੇ ਪਏ ਹਾਂ, ਮਾੜੇ ਕੰਮ ਕਰਦੇ ਪਏ ਹਾਂ, ਉਹ ਰੁਕਣ ਵਾਸਤੇ। ਸ੍ਰੀ ਗੁਰ ਪਰਮ ਪਰਬੀਨ, ਆਪ ਜੀ ਬਹੁਤ ਪ੍ਰਬੀਨ ਸਿਆਣੇ ਚਤਰ ਹੋ। ਚੌਪਈ ਸਰਬ ਪੰਥ ਕੀ ਕਥਾ ਸੁਨਾਈ, ਇਹ ਸਾਰੇ ਰਸਤੇ ਦੀ ਕਥਾ ਜਿਹੜੀ ਸੀ, ਗੱਲਬਾਤ ਸੀ, ਇਹਨਾਂ ਨੇ ਆਪਣੇ ਸਾਥੀਆਂ ਨੂੰ ਸੁਣਾਈ ਹੈ। ਚਾਰੋ ਚਰਨ ਰਹੇ ਲਪਟਾਈ, ਜਦੋਂ ਦੂਜੇ ਦੋ ਇਹ ਗੱਲ ਸੁਣਦੇ ਨੇ, ਰਸਤੇ ਦਾ ਸਾਰਾ ਵਾਕਿਆ ਇਹਨਾਂ ਨੇ ਸੁਣਿਆ ਹੈ। ਦੋ ਆਪਣੇ ਭਰਾਵਾਂ ਪਾਸੋਂ, ਠੱਗਾਂ ਪਾਸੋਂ, ਚਾਰੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਪੈ ਗਏ। ਨਿੰਦ ਜੀਵ ਕਾ ਹੁਤੀ ਹਮਾਰੀ, ਕਹਿਣ ਲੱਗੇ ਕਿ ਸਾਡੀ ਜਿਹੜੀ ਜੀਵਕਾ ਹੈ ਨਾ, ਅਸੀਂ ਜਿਹੜੀ ਕੰਮ ਕਰਦੇ ਹਾਂ, ਜਿਹੜੀ ਸਾਡੀ ਕਿਰਤ ਹੈ, ਉਹ ਸਾਡੀ ਧਰਕਾਰ ਹੈ, ਨਿੰਦਣਯੋਗ ਹੈ। ਮਾਰ ਹੈ ਜੀਵਨ ਬਿਨਾ ਵਿਚਾਰੀ, ਅਸੀਂ ਤਾਂ ਬਿਨਾਂ ਵਿਚਾਰ ਕੀਤਿਆਂ ਅਨੇਕਾਂ ਹੀ ਜੀਵ ਮਾਰ ਦਿੱਤੇ ਹਨ। ਤੁਮ ਸਮਰੱਥ ਸੰਤ ਸੁਖਦਾਈ, ਆਪ ਜੀ ਸਮਰੱਥ ਹੋ, ਹਰ ਤਰ੍ਹਾਂ ਕਰਕੇ ਸੰਤ ਹੋ, ਸੁਖ ਦੇਣ ਵਾਲੇ ਹੋ। ਆਪਣੀ ਕਲਾ ਨਾ ਹਮੈਂ ਦਿਖਾਈ, ਆਪ ਜੀ ਇੰਨੇ ਕਿਰਪਾਲੂ ਹੋ ਕਿ ਤੁਸੀਂ ਕੋਈ ਵੀ ਕਲਾ ਸਾਨੂੰ ਦਿਖਾਈ ਨਹੀਂ। ਅਸੀਂ ਇੰਨਾ ਵੱਡਾ ਅਪਰਾਧ ਕੀਤਾ ਤੁਹਾਡੇ ਨਾਲ, ਤੁਹਾਨੂੰ ਕਈ ਤਰ੍ਹਾਂ ਦੇ ਜਿਹੜੇ ਕਠੋਰ ਬੋਲ ਕਹੇ, ਪਰ ਆਪ ਇੰਨੇ ਸੰਤ ਸ਼ਾਂਤ ਸਰੂਪ ਹੋ ਕਿ ਸਾਨੂੰ ਕੋਈ ਵੀ ਆਪਣੀ ਕਲਾ ਨਹੀਂ ਦਿਖਾਈ। ਬਖਸ਼ੋ ਵੱਡੇ ਕਰੇ ਅਪਰਾਧੂ, ਮਹਾਰਾਜ ਸਾਨੂੰ ਬਖਸ਼ ਲਓ, ਅਸੀਂ ਬੜੇ ਵੱਡੇ ਅਪਰਾਧ ਕੀਤੇ ਨੇ। ਪਰ ਉਪਕਾਰੀ ਹਵੈ ਜਗ ਸਾਧੂ, ਜਿਹੜੇ ਜਗਤ ਵਿੱਚ ਸਾਧੂ ਹੁੰਦੇ ਨੇ ਨਾ, ਉਹ ਪਰਉਪਕਾਰੀ ਹੁੰਦੇ ਨੇ। ਆਪ ਕਿਰਪਾ ਕਰਕੇ ਸਾਡੇ ਗੁਨਾਹ ਬਖਸ਼ ਦਿਓ। ਚਲੋ ਗ੍ਰਾਮ ਸ੍ਰੀ ਪ੍ਰਭੂ, ਐ ਪ੍ਰਭੂ ਜੀ ਸਾਡੀ ਬੇਨਤੀ ਪ੍ਰਵਾਨ ਕਰੋ ਤੇ ਆਪ ਜੀ ਕਿਰਪਾ ਕਰਕੇ ਸਾਡੇ ਨਗਰ ਦੇ ਵਿੱਚ ਫੇਰ ਚੱਲੋ। ਪਹਿਲਾਂ ਤੇ ਇਸ ਬਿਰਤੀ ਨਾਲ ਲੈ ਕੇ ਗਏ ਸੀ ਕਿ ਇਹਨਾਂ ਨੂੰ ਠੱਗਣਾ ਹੈ, ਇਹਨਾਂ ਕੋਲੋਂ ਸਮਾਨ ਖੋਣਾ, ਇਹਨਾਂ ਨੂੰ ਖਤਮ ਕਰਨਾ ਹੈ। ਹੁਣ ਗੁਰੂ ਦੀ ਕੀਮਤ ਨੂੰ ਜਾਣ ਗਏ ਕਿ ਇਹ ਤਾਂ ਰੱਬੀ ਮੂਰਤ ਹਨ, ਇਹ ਤਾਂ ਸਾਡੇ ਉਧਾਰ ਵਾਸਤੇ ਆਏ ਸਨ, ਸਾਡੇ ਕੀਤੇ ਗੁਨਾਹ ਬਖਸ਼ਣ ਆਏ ਸਨ, ਜਿਨ੍ਹਾਂ ਦੀ ਮਿਹਰ ਭਰੀ ਦ੍ਰਿਸ਼ਟੀ ਨੇ ਪਾਪੀ ਦੇ ਪਾਪ ਸਾੜ ਦਿੱਤੇ। ਅਪਰਾਧ ਤਾਂ ਅਸੀਂ ਵੀ ਬਹੁਤ ਕੀਤੇ ਨੇ, ਪਰ ਕਿਰਪਾਲੂ ਹਨ ਸੰਤ ਜੀ, ਸਾਧੂ ਤਾਂ ਪਰਉਪਕਾਰੀ ਹੁੰਦੇ ਨੇ। ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਤੇ ਨਗਰ ਵਿੱਚ ਦੁਬਾਰਾ ਆਪਣੇ ਚਰਨ ਪਾਓ। ਬਿਨਤੀ ਸਰਬ ਕਰਹਿ ਕਰ ਜੋਰੀ, ਸਾਰੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀਆਂ ਕਰਨ ਲੱਗੇ। ਅਗੇ ਓਗਨ ਮੈਂ ਹਮ ਗਲਤਾਨਾ, ਮਹਾਰਾਜ ਅਸੀਂ ਬਹੁਤ ਵੱਡੇ ਪਾਪ ਕੀਤੇ ਨੇ, ਉਹਨਾਂ ਪਾਪਾਂ ਦੇ ਵਿੱਚ ਗਲਤਾਨ ਹਾਂ। ਹਿੰਸਾ ਮੈਂ ਦਿਨ ਰੈਨ ਬਿਤਾਨਾ, ਦਿਨ ਰਾਤ ਅਸੀਂ ਜੀਵ ਹੱਤਿਆ ਦੇ ਵਿੱਚ ਬਤੀਤ ਕਰਦੇ ਹਾਂ। ਜਿਹੜਾ ਵੀ ਕੋਈ ਪਰਦੇਸੀ ਦੇਖ ਲਈਏ ਉਹਨੂੰ ਮਾਰਨ ਦਾ ਯਤਨ ਕਰਦੇ ਹਾਂ। ਦੀਨ ਭਏ ਅਵਲੋਕ ਗੁਸਾਈ, ਮਾਲਕ ਸਤਿਗੁਰਾਂ ਦੇ ਦਰਸ਼ਨ ਕਰਕੇ ਬਹੁਤ ਨਿਮਾਣੇ ਹੋ ਗਏ। ਹਟੇ ਗ੍ਰਾਮ ਕੀ ਦਿਸਚਿਤ ਥਾਈ, ਹੁਣ ਕਿਰਪਾਲੂ ਸਤਿਗੁਰੂ ਜੀ ਨੇ ਇਹਨਾਂ ਦੀ ਨਿਮਰਤਾ ਦੇਖੀ ਹੈ। ਆਏ ਤਾਂ ਸਤਿਗੁਰੂ ਇਹਨਾਂ ਦੇ ਉਧਾਰ ਵਾਸਤੇ ਨੇ, ਇਹਨਾਂ ਨੂੰ ਇਹ ਸੁਮੱਤ ਦੇਣ ਵਾਸਤੇ, ਭੈੜੀ ਜਿਹੜੀ ਕਿਰਤ ਸੀ ਉਹਦੇ ਤੋਂ ਹਟਾਉਣ ਵਾਸਤੇ, ਠੱਗੀਆਂ ਕਰ ਕਰਕੇ ਜਿਹੜਾ ਧਨ ਜੋੜ ਕੇ ਘਰ ਭਰ ਰਹੇ ਸਨ, ਇਹ ਸਮਝਾਉਣ ਦੇ ਲਈ ਕਿ ਪਾਪਾਂ ਬਾਝੋਂ ਹੋਵੈ ਨਾਹੀ, ਮੋਇਆ ਸਾਥ ਨਾ ਜਾਏ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤਦਾਰਾ ਪਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਤੇ ਦਿਖਾ ਵੀ ਦਿੱਤਾ ਕਿ ਕਿਸ ਤਰ੍ਹਾਂ ਫਿਰ ਉਹ ਜਮਾਂ ਦੇ ਦੂਤ ਲੇਖਾ ਲੈਣਾ, ਹਿਸਾਬ ਲੈਣਾ ਸ਼ੁਰੂ ਕਰ ਦਿੰਦੇ ਹਨ। ਪੰਜ ਕਿਰਸਾਨਵਾ ਭਾਗ ਗਏ, ਲੈ ਬਾਂਧਿਓ ਜੀਓ ਦਰਬਾਰੀ। ਜਿਨ੍ਹਾਂ ਪੰਜਾਂ ਇੰਦਰੀਆਂ ਕਰਕੇ ਪਾਪ ਕਰਦਾ ਰਿਹਾ, ਅੱਖਾਂ ਕਰਕੇ, ਕੰਨਾਂ ਕਰਕੇ, ਮੁਖ ਕਰਕੇ, ਹੱਥਾਂ ਪੈਰਾਂ ਦੇ ਨਾਲ, ਪਰ ਜਦ ਜੀਵ ਦਾ ਸੰਸਕਾਰ ਹੁੰਦਾ ਹੈ ਤੇ ਪੰਜੇ ਇੱਥੇ ਸਾਥ ਛੱਡ ਜਾਂਦੇ। ਲੈ ਬਾਂਧਿਓ ਜੀਓ ਦਰਬਾਰੀ, ਤੇ ਜੀਵ ਆਤਮਾ ਨੂੰ ਫਿਰ ਇਹ ਜਿਹੜੇ ਦੂਤ ਹਨ ਅੱਗੇ ਤੋਰ ਲੈਂਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ
ਮਹਾਰਾਜ ਵਾਪਸ ਨਗਰ ਵੱਲ ਆ ਗਏ ਹਨ। ਸ੍ਰੀ ਗੁਰ ਕੋਲੇ ਸੰਗ ਸੋ ਆਏ, ਸਤਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਨਗਰ ਚ ਆਏ ਹਨ। ਸਰਬ ਪ੍ਰਸੰਗ ਹੈ ਗ੍ਰਾਮ ਸੁਨਾਏ, ਸਾਰਾ ਪ੍ਰਸੰਗ ਸਾਰੀ ਵਾਰਤਾ ਇਹਨਾਂ ਨੇ ਆ ਕੇ ਆਪਣੇ ਨਗਰ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੂੰ ਸੁਣਾਈ ਹੈ। ਹੁਤੋ ਸਥਾਨ ਜਹਾਂ ਤਿਨ ਨੀਕਾ, ਜਿੱਥੇ ਬੜਾ ਸੁੰਦਰ ਸਥਾਨ ਬਣਾਇਆ ਸੀ, ਤਹੀਂ ਬਿਠਾਏ ਬੇਦੀ ਕੁਲ ਟੀਕਾ। ਬੇਦੀਆਂ ਦੇ ਕੁਲ ਦੇ ਤਿਲਕ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਬਿਰਾਜਮਾਨ ਕੀਤਾ। ਤਰਹਿ ਉਪਾਇਨ ਬੰਧਨ ਕਰਹੀ, ਬੜੀ ਕੀਮਤੀ ਭੇਟਾਵਾਂ ਹੁਣ ਸਤਿਗੁਰਾਂ ਦੇ ਅੱਗੇ ਰੱਖਣ ਲੱਗੇ। ਪਹਿਲਾਂ ਕਹਿੰਦੇ ਸੀ ਖੋਹ ਲੈਣਾ ਸਭ ਕੁਝ, ਹੁਣ ਗੁਰੂ ਦੀ ਮਹਿਮਾ ਜਾਣ ਕੇ ਸਾਰਾ ਕੁਝ ਸਤਿਗੁਰਾਂ ਦੇ ਚਰਨਾਂ ਤੇ ਰੱਖਦੇ ਨੇ, ਨਮਸਕਾਰਾਂ ਕਰਦੇ ਹਨ ਦੀਨ ਬਣ ਕੇ। ਉਸਤਤ ਬਾਰੰਬਾਰ ਉਚਰਹੀ, ਬਾਰ-ਬਾਰ ਸਤਿਗੁਰਾਂ ਦੀ ਉਸਤਤ ਆਪਣੇ ਮੁਖ ਤੋਂ ਉਚਾਰਦੇ ਹਨ। ਜਿਸ ਪ੍ਰਕਾਰ ਹਵੈ ਭਲਾ ਹਮਾਰਾ, ਜਿਸ ਤਰ੍ਹਾਂ ਸਾਡਾ ਭਲਾ ਹੋ ਜਾਵੇ ਬੇਨਤੀਆਂ ਕਰਦੇ ਨੇ ਕਿ ਪਰਉਪਕਾਰੀ ਪੂਰਨ ਸੰਤ ਹਨ, ਸਾਡੇ ਨਗਰ ਚ ਮੁਬਾਰਕ ਚਰਨ ਪਾਏ ਨੇ। ਇਸ ਤਰ੍ਹਾਂ ਬੇਨਤੀਆਂ ਕਰਨ ਲੱਗੇ ਜਿਸ ਤਰ੍ਹਾਂ ਸਾਡਾ ਭਲਾ ਹੋ ਜਾਵੇ। ਸਿਖਵਨ ਸੋ ਸਿਖਾਏ ਉਦਾਰਾ, ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੀ ਸਿੱਖਿਆ ਦੇਣ ਤੇ ਪਰਲੋਕ ਵਿੱਚ ਸਾਡਾ ਛੁਟਕਾਰਾ ਹੋਵੇ। ਮਾਨਵ ਸਰਬ ਕੁਕਰਮ ਨ ਲਾਗੇ, ਸਾਰੇ ਜਿਹੜੇ ਕੁਕਰਮ ਕਰਨ ਲੱਗੇ ਸਨ ਇਸ ਨਗਰ ਦੇ ਲੋਕ, ਸਮਝ ਪਰੀ ਤੁਮ ਦਰਸ਼ਨ ਪਾਗੇ। ਹੁਣ ਮਹਾਰਾਜ ਸਮਝ ਪੈ ਗਈ ਹੈ ਸਾਨੂੰ ਤੁਹਾਡੇ ਦਰਸ਼ਨ ਕੀਤਿਆਂ ਹੀ। ਬਿਨੈ ਸੁਨੀ ਤਿਨ ਕੀ ਗੁਣ ਖਾਨੀ, ਗੁਣਾਂ ਦੀ ਖਾਨ ਸਤਿਗੁਰਾਂ ਨੇ ਇਹਨਾਂ ਦੀ ਬੇਨਤੀ ਨੂੰ ਸੁਣਿਆ ਹੈ। ਸੁਖਦ ਮੁਕਤ ਕਾ ਬੋਲੇ ਬਾਣੀ, ਸੁਖ ਦੇਣ ਵਾਲੇ ਮੁਕਤੀ ਦੇ ਦਾਤੇ ਸਤਿਗੁਰੂ ਜੀ ਕਹਿਣ ਲੱਗੇ। ਨਿੰਦ ਜੀਵ ਕਾ ਪਾਸ਼ਲ ਤਿਆਗੋ, ਸਤਿਗੁਰੂ ਜੀ ਕਹਿੰਦੇ ਜੇ ਚਾਹੁੰਦੇ ਹੋ ਭਲਾ ਹੋਵੇ, ਬੇਨਤੀ ਕੀਤੀ ਹੈ ਨਾ ਇਹਨਾਂ ਨੇ, ਤੇ ਭਾਵੇਂ ਕਿਰਤ ਸਾਡੀ ਕਿਸੇ ਤਰ੍ਹਾਂ ਦੀ ਹੋਵੇ, ਆਪਾਂ ਗੁਰੂ ਘਰ ਆ ਕੇ ਬੇਨਤੀ ਉਹ ਕਰਦੇ ਹਾਂ ਕਿ ਸਾਡਾ ਪਰਲੋਕ 'ਚ ਭਲਾ ਜ਼ਰੂਰ ਹੋ ਜਾਵੇ। ਪਰ ਗੁਰੂ ਦੀ ਗੱਲ ਨੂੰ ਮੰਨਣਾ, ਕਿਆ ਗੁਰ ਕਹੈ ਕਰੈ ਹਮ ਕਹਾਂ, ਕਿ ਗੁਰੂ ਸਾਨੂੰ ਉਪਦੇਸ਼ ਕੀ ਦੇ ਰਹੇ ਨੇ ਤੇ ਅਸੀਂ ਕਰਦੇ ਕੀ ਪਏ ਹਾਂ। ਕਿਹੜੀ ਕਿਰਤ ਕਰਨ ਨੂੰ ਸਤਿਗੁਰੂ ਸਾਨੂੰ ਕਹਿੰਦੇ ਨੇ ਕਿ ਤੇ ਅਸੀਂ ਕਿਹੜੀ ਧਾਰਨ ਕੀਤੀ ਹੈ। ਫਿਰ ਉਹ ਪਾਪਾਂ ਵਾਲੀ ਕਿਰਤ ਕਰਕੇ ਥੋੜ੍ਹਾ ਬਹੁਤਾ ਸੋਚਦੇ ਹਾਂ ਕਿ ਦਾਨ ਪੁੰਨ ਕਰਕੇ ਸਾਡਾ ਛੁਟਕਾਰਾ ਹੋ ਜਾਵੇਗਾ, ਪਰ ਇਸ ਤਰ੍ਹਾਂ ਗੱਲ ਨਹੀਂ ਬਣਨੀ। ਗੁਰੂ ਕੇ ਬਚਨਾਂ ਤੇ ਪੂਰਨ ਪਹਿਰਾ ਦੇਣਾ ਪੈਣਾ। ਜਿਸ ਤਰ੍ਹਾਂ ਇਹਨਾਂ ਬੇਨਤੀ ਕੀਤੀ ਹੈ, ਮਹਾਰਾਜ ਸਾਡਾ ਭਲਾ ਹੋਵੇ ਪਰਲੋਕ ਵਿੱਚ, ਐਸੀ ਸਿੱਖਿਆ ਸਾਨੂੰ ਦਵੋ। ਸਤਿਗੁਰੂ ਜੀ ਨੇ ਪਹਿਲਾਂ ਉਪਦੇਸ਼ ਹੀ ਇਹ ਦਿੱਤਾ, ਨਿੰਦ ਜੀ ਪਾਛਲ ਤਿਆਗੂ। ਜਿਹੜੀ ਪਿਛਲੀ ਤੁਸੀਂ ਪਾਪਾਂ ਵਾਲੀ ਕਿਰਤ ਕੀਤੀ ਹੈ, ਕੰਮ ਕਰਦੇ ਹੋ, ਉਹਨੂੰ ਤਿਆਗ ਦਓ। ਕਿਰਖੀ ਕਰਨ ਭਲੇ ਮਗ ਲਾਗੋ, ਤੇ ਤੁਸੀਂ ਜੇ ਕੋਈ ਕਰਨੀ ਹੈ ਕਿਰਤ, ਫਿਰ ਗੁਰਦੇਵ ਕਹਿੰਦੇ ਤੁਸੀਂ ਖੇਤੀ ਕਰ ਲਓ। ਆ ਤੁਹਾਡਾ ਇੰਨਾ ਵੱਡਾ ਨਗਰ ਹੈ, ਇੰਨੀਆਂ ਜ਼ਮੀਨਾਂ ਹਨ ਤੁਹਾਡੀਆਂ, ਇੱਥੇ ਖੇਤੀ ਕਰੋ ਤੇ ਫਿਰ ਚੰਗੇ ਰਸਤੇ ਤੁਸੀਂ ਤੁਰੋ। ਅਬ ਜੇ ਤੋ ਕਰ ਮਹਿੰਦੋ ਦਰਬਾਰ, ਹੁਣ ਜਿੰਨਾ ਵੀ ਪਾਪਾਂ ਦਾ ਧਨ ਜਿਹੜਾ ਤੁਸੀਂ ਘਰ ਵਿੱਚ ਜੋੜ ਕੇ ਰੱਖਿਆ ਹੈ, ਪਾਪਨ ਕਾ ਸੋ ਲੁਟਾਵੋ ਸਰਬਾ। ਇਹ ਪਾਪਾਂ ਦਾ ਧਨ ਜੋ ਹੈ ਸਾਰਾ ਲੁਟਾ ਦਵੋ। ਕਰੋ ਕਮਾਈ ਹੱਥ ਨ ਸੰਗਾ, ਆਪਣੇ ਹੱਥਾਂ ਦੇ ਨਾਲ ਦਸਾਂ ਨੌਹਾਂ ਦੀ ਕਿਰਤ ਕਮਾਈ ਕਰੋ। ਤਿਹ ਮੈਂ ਕਰੋ ਪੁੰਨ ਸੋ ਮੰਗਾ, ਉਤਸ਼ਾਹ ਦੇ ਨਾਲ ਉਸ ਕਮਾਈ ਦੇ ਨਾਲ ਪੁੰਨ ਕਰਨੇ ਕਰੋ। ਐਵੇਂ ਨਾ ਪਾਪਾਂ ਦੀ ਕਮਾਈ ਕਰਕੇ ਥੋੜ੍ਹਾ ਬਹੁਤਾ ਪੁੰਨ ਕਰਕੇ ਆਪਣੇ ਆਪ ਨੂੰ ਦਾਨੀ ਬਣਾ ਕੇ ਦੱਸੋ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਈ ਜਿਹੜੇ ਹਨ ਉਹ ਦੇਖੀਦੇ ਹਨ ਕਿ ਥੋੜ੍ਹਾ ਬਹੁਤਾ ਦਾਨ ਕਰਕੇ ਤੇ ਅਨੇਕਾਂ ਨੂੰ ਦਿਖਾਉਣਾ ਕਿ ਦੇਖੋ ਜੀ ਅਸੀਂ ਇੰਨੀ ਸੇਵਾ ਕਰਦੇ, 10 ਕੰਬਲ ਵੰਡ ਦੇਣੇ, 2-4 ਨੂੰ ਪ੍ਰਸ਼ਾਦਾ ਪਾਣੀ ਕੁਛ ਛਕਾ ਦੇਣਾ, ਤੇ ਫਿਰ ਦੁਨੀਆ ਨੂੰ ਦਿਖਾਉਣਾ ਕਿ ਅਸੀਂ ਬਹੁਤ ਵੱਡੇ ਧਰਮੀ ਹਾਂ। ਇਸ ਤਰ੍ਹਾਂ ਦਾ ਜਿਹੜਾ ਪੁੰਨ ਹੈ ਉਹ ਤਾਂ ਕੇਵਲ ਪਬਲਿਸਿਟੀ ਵਾਸਤੇ ਕੀਤਾ ਜਾਂਦਾ ਹੈ। ਅਸਲ ਵਿੱਚ ਤਾਂ ਜਿਹੜਾ ਦਾਨ ਹੈ ਸੱਜੇ ਨਾਲ ਕਰੀਏ ਤੇ ਖੱਬੇ ਨੂੰ ਨਾ ਪਤਾ ਲੱਗੇ, ਇਹੋ ਹੀ ਦਾਨ ਫਲਦਾ ਹੈ। ਗੁਰਦੇਵ ਕਹਿਣ ਲੱਗੇ ਕਿ ਹੁਣ ਤੁਸੀਂ ਉਤਸ਼ਾਹ ਦੇ ਨਾਲ ਪੁੰਨ ਕਰੋ। ਗ੍ਰਾਮ ਵਿਖੇ ਧਰਮਸ਼ਾਲਾ ਰਚੀਏ, ਤੇ ਜੇ ਚਾਹੁੰਦੇ ਹੋ ਕਿ ਅੱਗੇ ਵਾਸਤੇ ਸਾਡੀ ਬਿਰਤੀ ਜਿਹੜੀ ਹੈ ਉਹ ਪੁੰਨ ਵਾਲੀ ਬਣੇ, ਅਸੀਂ ਚੰਗੇ ਮਾਰਗ ਤੇ ਤੁਰੀਏ, ਤੇ ਫਿਰ ਇੱਕ ਜਿਹੜੀ ਧਰਮਸ਼ਾਲਾ ਆਪਣੇ ਨਗਰ 'ਚ ਬਣਾਵੋ। ਕਿਉਂਕਿ ਜਦੋਂ ਹਰ ਰੋਜ਼ ਉਹ ਧਰਮਸ਼ਾਲਾ ਵਿੱਚ ਤੁਸੀਂ ਸੰਗਤ ਕਰੋਗੇ ਨਾ, ਜੁੜ ਕੇ ਬੈਠੋਗੇ, ਤੇ ਫਿਰ ਹਰ ਰੋਜ਼ ਤੁਹਾਡਾ ਮਨ ਜਿਹੜਾ ਉਹ ਪ੍ਰੇਰਿਤ ਹੁੰਦਾ ਰਹੇਗਾ। ਜਿਸ ਤਰ੍ਹਾਂ ਆਪਾਂ ਸੰਗਤ ਕਰੀਏ ਤੇ ਸੰਗਤ ਕਰਨ ਦੇ ਨਾਲ ਗੁਰੂ ਕੀ ਸਿੱਖਿਆ ਜਿਹੜੀ ਆ ਉਹ ਮਨ ਧਾਰਨ ਕਰਦਾ ਹੈ। ਗੁਰਦੇਵ ਕਹਿਣ ਲੱਗੇ ਧਰਮਸ਼ਾਲਾ ਰਚੋ ਆਪਣੇ ਨਗਰ ਦੇ ਵਿੱਚ ਸੋਹਣੀ, ਅਸਨ ਖਵਾਏ ਅਥਿਤ ਪੁੰਨ ਰਚੀਏ। ਤੇ ਕੋਈ ਵੀ ਲੋੜਵੰਦ ਆਉਂਦਾ ਹੈ ਤੇ ਉਹਨੂੰ ਭਾਵਨਾ ਦੇ ਨਾਲ ਭੋਜਨ ਛਕਾਵੋ ਤੇ ਉਹਦੀ ਸੇਵਾ ਦੇ ਵਿੱਚ ਲੱਗੋ। ਸਤਨਾਮ ਕੋ ਸਿਮਰਨ ਕਰਨੋ, ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਹੈ। ਮੰਤਰ ਸਰਬ ਕੁਲ ਖਲਕਨ ਕਉ, ਜਿਹੜਾ ਪ੍ਰਭੂ ਦਾ ਨਾਮ ਹੈ ਐਸਾ ਮੰਤਰ ਹੈ
ਸਾਰੇ ਪਾਪਾਂ ਨੂੰ ਹੀ ਨਾਸ਼ ਕਰ ਦਿੰਦਾ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਧ। ਜਿਸ ਤਰ੍ਹਾਂ ਮਣਾ ਮੋਈ ਲੱਕੜਾਂ ਪਈਆਂ ਹੋਣ, ਉਹਨੂੰ ਕੇਵਲ ਇੱਕ ਅੱਗ ਦੀ ਚੰਗਿਆੜੀ ਕਾਫੀ ਹੈ ਭਸਮ ਕਰਨ ਵਾਸਤੇ। ਇਸ ਤਰ੍ਹਾਂ ਅਨੇਕਾਂ ਹੀ ਪਾਪ ਹੋਣ, ਪਰ ਜੇ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਪ੍ਰਣ ਕੀਤਾ ਜਾਵੇ ਪਿਛਲੇ ਪਾਪਾਂ ਤੋਂ ਔਗਣਾਂ ਤੋਂ ਬਚਣ ਵਾਸਤੇ, ਤੇ ਫਿਰ ਗੁਰੂ ਦਾ ਦਿੱਤਾ ਹੋਇਆ ਮੰਤਰ ਇਹ ਸ਼ਬਦ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਕਿਰਤ ਕਰੋ ਆਪਣੀ ਦਿਨ ਮਾਹੀ, ਗੁਰਦੇਵ ਕਹਿੰਦੇ ਹਨ ਕਿ ਦਿਨ ਦੇ ਸਮੇਂ ਆਪਣੀ ਕਿਰਤ ਕਰੋ। ਮਿਲੋ ਸਾਂਝ ਧਰਮਸ਼ਾਲਾ ਜਾਹੀ, ਸ਼ਾਮ ਦੇ ਵਕਤ ਮਿਲ ਕੇ ਸਾਰੇ ਧਰਮਸ਼ਾਲਾ ਵਿੱਚ ਇਕੱਤਰ ਹੋਵੋ। ਇਹ ਉਪਦੇਸ਼ ਗੁਰਦੇਵ ਨੇ ਦਿੱਤਾ ਹੈ ਤੇ ਸਾਡੇ ਲਈ ਵੀ ਹੈ ਕਿ ਦਿਨ ਦੇ ਸਮੇਂ ਕਿਰਤ ਕਰੋ। ਤੇ ਕਿਰਤ ਕਰਨ ਤੋਂ ਕਿਤੇ ਵੀ ਗੁਰੂ ਸਾਹਿਬ ਨਹੀਂ ਰੋਕਦੇ। ਤੂੰ ਆਪਣੀ ਕਿਰਤ ਕਰ, ਪਰ ਕਿਰਤ ਜਿਹੜੀ ਉਹ ਤੇਰੀ ਦਸਾਂ ਨੋਹਾਂ ਦੀ ਹੋਵੇ, ਉਹਦੇ ਵਿੱਚ ਕਿਸੇ ਦਾ ਗਲ ਨਾ ਵੱਢਿਆ ਹੋਵੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਫਿਰ ਇਹ ਸਿੱਖਿਆ ਲੈਣ ਵਾਸਤੇ, ਕਿਉਂਕਿ ਮਨ ਜਿਹੜਾ ਹੈ ਨਾ ਇਹ ਭੁੱਲ ਜਾਂਦਾ ਹੈ। ਚਾਰ ਚੀਜ਼ਾਂ ਨਹੀਂ ਭੁੱਲਦਾ, ਖਾਣਾ ਪੀਣਾ ਹੱਸਣਾ ਸੌਣਾ, ਪਰ ਜੇ ਭੁੱਲਦਾ ਹੈ ਮੌਤ ਨੂੰ ਭੁਲਾ ਦਿੰਦਾ ਹੈ, ਨਾਮ ਨੂੰ ਭੁਲਾ ਦਿੰਦਾ ਹੈ। ਇਹ ਸਿੱਖਿਆ ਲੈਣ ਵਾਸਤੇ ਮਹਾਰਾਜ ਕਹਿੰਦੇ ਨੇ ਦਿਨ ਦੇ ਸਮੇਂ ਤੁਸੀਂ ਕਿਰਤ ਕਰੋ। ਕਿਰਤ ਕਰੋ ਆਪਣੀ ਦਿਨ ਮਾਹੀ, ਮਿਲੋ ਸਾਂਝ ਧਰਮਸ਼ਾਲਾ ਮਾਹੀ। ਤੇ ਸ਼ਾਮ ਦੇ ਸਮੇਂ ਇਕੱਤਰ ਹੋ ਕੇ ਧਰਮਸ਼ਾਲਾ ਦੇ ਵਿੱਚ ਬੈਠੋ। ਤਹਾਂ ਬੈਠ ਪ੍ਰਭ ਕੀਰਤਨ ਗਾਵੋ। ਹੁਣ ਧਰਮਸ਼ਾਲਾ ਵਿੱਚ ਬੈਠ ਕੇ ਇਹ ਨਹੀਂ ਕਿ ਆਪਣੇ ਘਰ ਦੀਆਂ ਹੀ ਗੱਪਾਂ ਮਾਰੀ ਜਾਈਏ, ਇੱਕ ਦੂਜੇ ਦੀ ਨਿੰਦਿਆ ਕਰੀ ਜਾਈਏ, ਕਹੀ ਜਾਈਏ ਕਿ ਫਲਾਣਾ ਨਹੀਂ ਚੰਗਾ ਫਲਾਣਾ ਨਹੀਂ ਚੰਗਾ। ਜੇ ਆਪਣੇ ਭਲੇ ਵਾਸਤੇ ਆਪਾਂ ਗੁਰੂ ਘਰ ਵਿੱਚ ਆਏ ਹਾਂ, ਧਰਮਸ਼ਾਲਾ ਵਿੱਚ ਬੈਠਦੇ ਹਾਂ, ਤੇ ਫਿਰ ਉੱਥੇ ਆ ਕੇ ਆਪਣੇ ਭਲੇ ਲਈ ਸੋਚੀਏ ਕਿ ਸਾਡਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ। ਆਪਣੇ ਮਨ ਨੂੰ ਸਮਝਾਉਣ ਵਾਸਤੇ, ਸਿੱਖਿਆ ਦੇਣ ਵਾਸਤੇ ਅਸੀਂ ਇੱਥੇ ਆਏ ਹਾਂ, ਗੁਰੂ ਦਾ ਉਪਦੇਸ਼ ਸੁਣਨ ਵਾਸਤੇ। ਗੁਰਦੇਵ ਕਹਿੰਦੇ ਨੇ ਤਹਾਂ ਬੈਠ ਪ੍ਰਭ ਕੀਰਤ ਗਾਵੋ। ਧਰਮਸ਼ਾਲਾ ਵਿੱਚ ਬੈਠ ਕੇ ਸ਼ਾਮ ਦੇ ਵਕਤ ਪ੍ਰਭੂ ਦੀ ਕੀਰਤੀ ਗਾਵੋ। ਭੋਰ ਹੋਤ ਨਾ ਮੈਂ ਲਿਵ ਲਾਵੋ। ਸਵੇਰ ਹੁੰਦਿਆਂ ਸਾਰ ਫੇਰ ਨਾਮ ਦੇ ਵਿੱਚ ਆਪਣੀ ਸੁਰਤ ਨੂੰ ਜੋੜ ਲਓ। ਸੰਤ ਅਥਿਤ ਕੀ ਸੇਵਾ ਕਰੀਏ, ਸੰਤਾਂ ਦੀ ਲੋੜਵੰਦਾਂ ਦੀ ਸੇਵਾ ਦੇ ਵਿੱਚ ਲੱਗੋ। ਭਾਉ ਭਗਤ ਹਿਰਦੇ ਮੈਂ ਧਰੀਏ, ਪ੍ਰੇਮਾ ਭਗਤੀ ਪ੍ਰਭੂ ਦੀ ਆਪਣੇ ਹਿਰਦੇ ਵਿੱਚ ਧਾਰਨ ਕਰੋ। ਇਹ ਉਪਦੇਸ਼ ਸਦੀਵ ਕਮਾਵੋ। ਇਹ ਜਿਹੜਾ ਉਪਦੇਸ਼ ਹੈ ਜੇ ਸਦਾ ਕਮਾਵੋਗੇ, ਤੁਮਰਾ ਭਲਾ ਹੋਏ ਸੁਖ ਪਾਵੋ। ਗੁਰਦੇਵ ਕਹਿੰਦੇ ਨੇ ਤੁਹਾਡਾ ਭਲਾ ਹੋਵੇਗਾ ਤੇ ਲੋਕ ਵਿੱਚ ਤੇ ਪਰਲੋਕ ਵਿੱਚ ਸੁਖ ਪਾਵੋਗੇ। ਇਹ ਉਪਦੇਸ਼ ਸਤਿਗੁਰਾਂ ਦਾ ਸਾਡੇ ਲਈ ਵੀ ਹੈ। ਮਾਲਕ ਕਹਿਣ ਲੱਗੇ ਕਿ ਧਰਮਸ਼ਾਲਾ ਰਚ ਕੇ ਸ਼ਾਮ ਦੇ ਵਕਤ ਤੁਸੀਂ ਆ ਕੇ ਸੰਗਤ ਕਰੋ ਤੇ ਦਿਨ ਦੇ ਸਮੇਂ ਕਿਰਤ ਕਰੋ। ਉੱਠਦੇ ਸਾਰੀ ਆਪਣੀ ਜਿਹੜੀ ਸੁਰਤ ਹੈ, ਬਿਰਤੀ ਹੈ, ਉਹ ਨਾਮ ਦੇ ਵਿੱਚ ਜੋੜੋ। ਫਿਰ ਸਾਰਾ ਦਿਨ ਕਿਰਤ ਕਰਕੇ ਸ਼ਾਮ ਦੇ ਵਕਤ ਸੰਗਤ 'ਚ ਜੁੜ ਜਾਓ। ਜੋ ਉਪਦੇਸ਼ ਗੁਰੂ ਨੇ ਦਿੱਤਾ ਹੈ ਉਹਨੂੰ ਕਮਾਉਣ ਦਾ ਯਤਨ ਕਰੋ। ਮਹਾਰਾਜ ਕਹਿੰਦੇ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਭਲਾ ਹੋਵੇਗਾ, ਸੁਖ ਪਾਵੋਗੇ। ਮਾਨੇ ਬਚਨ ਗੁਰੂ ਕੇ ਸਭ ਹੀ, ਇਹ ਉਪਦੇਸ਼ ਸਤਿਗੁਰਾਂ ਦਾ ਸਾਰਿਆਂ ਨੇ ਮੰਨਿਆ ਹੈ। ਦਰਬ ਲੁਟਾਏ ਦੀਨ ਤਿਨ ਤਬ ਹੀ, ਜਿਹੜਾ ਪਾਪਾਂ ਦਾ ਧਨ ਜੋੜ ਕੇ ਰੱਖਿਆ ਸੀ ਲੋੜਵੰਦਾਂ ਵੰਡਾਂ ਦੇ ਵਿੱਚ ਵੰਡ ਦਿੱਤਾ। ਖੇਤੀ ਕਰਨ ਲੱਗਿਓ ਸਭ ਗ੍ਰਾਮਾ, ਸਤਿਗੁਰਾਂ ਦਾ ਬਚਨ ਮੰਨ ਕੇ ਸਾਰੇ ਦਸਾਂ ਨੋਹਾਂ ਦੀ ਕਿਰਤ ਕਰਨ ਲੱਗੇ। ਸਾਰਾ ਨਗਰ ਖੇਤੀ ਕਰਨ ਲੱਗਾ। ਪੂਰਬ ਕੋ ਤਜ ਦਇਓ ਕੋ ਕਾਮਾ, ਪਹਿਲੇ ਜਿਹੜੇ ਕੁਕਰਮ ਕਰਦੇ ਸੀ, ਰਾਹੀਆਂ ਨੂੰ ਮਾਰ ਕੇ ਉਹਦਾ ਧਨ ਲੁੱਟਦੇ ਸੀ, ਕੁਕਰਮ ਤਿਆਗ ਦਿੱਤਾ। ਧਰਮਸਾਲ ਮਿਲ ਸਕਲ ਸਵਾਰੀ, ਇਸ ਨਗਰ ਦੇ ਵਿੱਚ ਸਾਰਿਆਂ ਨੇ ਮਿਲ ਕੇ ਇੱਕ ਧਰਮਸ਼ਾਲਾ ਬਣਾਈ ਹੈ ਸੁੰਦਰ। ਭਾਉ ਭਗਤ ਕੇ ਭੇ ਅਧਿਕਾਰੀ, ਸਾਰੇ ਪ੍ਰੇਮਾ ਭਗਤੀ ਦੇ ਅਧਿਕਾਰੀ ਬਣ ਗਏ। ਸਿਮਰਨ ਲੱਗੇ ਵਾਹਿਗੁਰੂ ਨਾਮੋ, ਜੋ ਸਤਿਗੁਰੂ ਜੀ ਨੇ ਮੰਤਰ ਦਿੱਤਾ ਸੀ, ਬਚਨ ਕੀਤੇ ਸਨ ਮੰਤਰ ਸਰਬ ਕੋ ਲੁਖਨ ਕੋ ਹਰਨੂ। ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਇਹ ਸਾਰੇ ਪਾਪ ਹੀ ਨਾਸ਼ ਕਰ ਦੇਵੇਗਾ। ਗੁਰੂ ਸਾਹਿਬ ਦਾ ਬਚਨ ਮੰਨ ਕੇ ਵਾਹਿਗੁਰੂ ਗੁਰ ਮੰਤਰ ਸਿਮਰਦੇ ਹਨ। ਸਿੱਖੀ ਰੀਤ ਲੀਨੇ ਅਬਰਾਮੋ, ਤੇ ਬੜੀ ਜਿਹੜੀ ਸੁੰਦਰ ਸਿੱਖੀ ਦੀ ਰੀਤੀ ਜਿਹੜੀ ਮਰਿਆਦਾ ਸੀ ਉਹ ਧਾਰਨ ਕੀਤੀ ਹੈ। ਕਿਤਕ ਦਿਵਸ ਬਸ ਕਰ ਹਿਤ ਥਾਨਾ, ਕੁਝ ਕੁ ਦਿਨ ਸਤਿਗੁਰੂ ਜੀ ਪਿਆਰ ਦੇ ਨਾਲ ਇਹਨਾਂ ਦੇ ਕੋਲ ਰੁਕੇ ਹਨ। ਭਾਉ ਭਗਤ ਬਿਦਨੀਕ ਦ੍ਰਿੜਾਨਾ, ਜਿਨ੍ਹਾਂ ਸਤਿਗੁਰਾਂ ਨੇ ਪ੍ਰੇਮਾ ਭਗਤੀ ਇਹਨਾਂ ਨੂੰ ਦ੍ਰਿੜ ਕਰਵਾਈ ਹੈ। ਬਖਸ਼ੇ ਸਰਬ ਪਾਪ ਤਿਨਾ ਕੇਰੇ, ਹਰ ਤਰ੍ਹਾਂ ਕਰਕੇ ਸਤਿਗੁਰਾਂ ਨੇ ਇਹਨਾਂ ਤੇ ਬਖਸ਼ਿਸ਼ਾਂ ਕੀਤੀਆਂ ਨੇ। ਬਾਹੁਰ ਚਲਾਏ ਪੰਥ ਭਲੇਰੇ, ਫਿਰ ਸਤਿਗੁਰੂ ਜੀ ਨੇ ਸੁੰਦਰ ਪੰਥ ਜਿਹੜਾ ਚਲਾਇਆ ਹੈ। ਵਿਦਾ ਪਏ ਤਿਨ ਤੇ ਬਰਿਆਈ, ਫਿਰ ਇਹ ਜਾਣ ਨਹੀਂ ਸੀ ਦਿੰਦੇ ਕਿ ਸਾਡਾ ਤੁਸੀਂ ਭਲਾ ਕੀਤਾ ਹੈ, ਪਾਪੀਆਂ ਦਾ ਉਧਾਰ ਕੀਤਾ ਹੈ। ਜੇ ਤੁਸੀਂ ਨਾ ਆਉਂਦੇ ਤੇ ਅਸੀਂ ਇਹ ਮਾੜੇ ਕਰਮ ਕਰਦੇ ਹਾਂ, ਇਸ ਸੰਸਾਰ ਤੋਂ ਤੁਰ ਜਾਣਾ ਸੀ, ਸਾਡਾ ਭਲਾ ਕਿਸ ਤਰ੍ਹਾਂ ਹੋਣਾ ਸੀ। ਇਹ ਤਾਂ ਮਹਾਰਾਜਾ ਆਪ ਨੇ ਕਿਰਪਾ ਕੀਤੀ ਹੈ। ਐਸੇ ਗੁਰ ਕਉ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰ।
ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਾਡਾ ਤੁਸੀਂ ਭਲਾ ਕੀਤਾ ਹੈ, ਕਿਰਪਾ ਕੀਤੀ ਹੈ ਮਹਾਰਾਜ, ਤੁਸੀਂ ਸਾਡੇ ਨਗਰ ਦੇ ਵਿੱਚ ਹੀ ਰੁਕੋ। ਆਗੇ ਕੀਨੋ ਗਮਨ ਗੁਸਾਈ, ਪਰ ਸਤਿਗੁਰੂ ਜੀ ਜੋਰੋ ਜੋਰੀ ਇਹਨਾਂ ਤੋਂ ਵਿਦਾ ਹੋਏ ਹਨ ਤੇ ਅੱਗੇ ਚੱਲ ਪਏ ਨੇ। ਮਹਾ ਅਗੀ ਜਿਨ ਜਗਤ ਉਦਾਰੇ, ਵੱਡੇ ਪਾਪੀ ਜਿਨ੍ਹਾਂ ਸਤਿਗੁਰਾਂ ਨੇ ਸੰਸਾਰ ਤੋਂ ਤਾਰ ਦਿੱਤੇ ਹਨ। ਤਿਨ ਦਰਸ਼ਨ ਪਰ ਕਬ ਬਲਿਹਾਰੇ, ਐਸੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਕਵੀ ਜੀ ਕਹਿੰਦੇ ਮੈਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਹਾਂ। ਆਪ ਵੀ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਤੋਂ ਕੁਰਬਾਨ ਬਲਿਹਾਰ ਜਾਈਏ। ਦੋਹਰਾ ਮੁਕਤਾ ਪੰਕਤ ਸਰਸਵਤੀ। ਅਗਲਾ ਅਧਿਆਇ ਕਵਿਰਾਜ ਕਵੀ ਸੰਤੋਖ ਸਿੰਘ ਜੀ ਆਰੰਭ ਕਰਦੇ ਹਨ। ਸ਼੍ਰੀ ਨਾਨਕ ਪ੍ਰਕਾਸ਼ ਉਤਰਾਰਧ ਦਾ 16ਵਾਂ ਅਧਿਆਇ। ਪਹਿਲਾਂ ਮੰਗਲ ਕਰਦੇ ਹਨ ਕਿ ਸਤਿਗੁਰਾਂ ਦੀ ਬਾਣੀ ਕੈਸੀ ਹੈ। ਕਹਿਣ ਲੱਗੇ ਕਿ ਮੁਕਤਾ ਪੰਗਤ ਸਰਸਵਤੀ, ਗੁਰ ਜਸ ਗੁਣ ਪੁਰਵਾਏ। ਗੁਰੂ ਦੇ ਜਸ ਰੂਪ ਧਾਗੇ ਦੇ ਵਿੱਚ ਬਾਣੀ ਰੂਪ ਮੋਤੀਆਂ ਦੀਆਂ ਲੜੀਆਂ ਪਰੋ ਕੇ, ਪਹਿਰੇ ਉਰ ਦਵੈ ਲੋਕ ਮੈਂ, ਸੋਭਾ ਹਵੈ ਅਧਿਕਾਏ। ਜਿਹੜਾ ਸਿੱਖ ਗੁਰੂ ਦੇ ਜਸ ਰੂਪੀ ਧਾਗੇ ਦੇ ਵਿੱਚ ਬਾਣੀ ਰੂਪ ਮੋਤੀਆਂ ਦੀਆਂ ਲੜੀਆਂ ਪਰੋ ਕੇ ਆਪਣੇ ਹਿਰਦੇ ਰੂਪੀ ਗਲੇ ਦੇ ਵਿੱਚ ਪਹਿਨ ਲਵੇਗਾ, ਉਹ ਦੋਨਾਂ ਲੋਕਾਂ ਦੇ ਵਿੱਚ ਉਹਦੀ ਸ਼ੋਭਾ ਹੋਵੇਗੀ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਇਹ ਬਾਣੀ ਐਸੀ ਹੈ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਹੈ। ਕਹਿੰਦੇ ਹਨ ਕਿ ਜਿਸ ਤਰ੍ਹਾਂ ਹੀਰਾ ਹੱਥ ਵਿੱਚ ਰੱਖਿਆ ਹੋਇਆ ਬੜਾ ਛੋਟਾ ਦਿਖਾਈ ਦਿੰਦਾ ਹੈ ਨਾ, ਪਰ ਜਦੋਂ ਹੀਰੇ ਦਾ ਮੁੱਲ ਪਵਾਉਣ ਜਾਈਏ ਤਾਂ ਭੰਡਾਰ ਘਰ ਭਰ ਦਿੰਦਾ ਹੈ ਧਨ ਦੇ ਨਾਲ। ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਕਹਿੰਦੇ ਜਿਸ ਤਰ੍ਹਾਂ ਬਰ ਬੰਦੇ ਹੁੰਡੀ ਲਾਗਤ ਨਾ ਭਾਰ ਕੱਚ। ਪੁਰਾਣੇ ਸਮਿਆਂ 'ਚ ਹੁੰਡੀ ਚੱਲਦੀ ਸੀ, ਹੁਣ ਚੈੱਕ ਚੱਲਦੇ। ਚੈੱਕ ਕਿੰਨਾ ਛੋਟਾ ਹੈ, ਪਰ ਉਸ ਚੈੱਕ ਦੇ ਉੱਤੇ ਲੱਖਾਂ ਰੁਪਈਏ ਕਰੋੜਾਂ ਰੁਪਈਏ ਲਿਖ ਕੇ ਦਿੱਤੇ ਜਾ ਸਕਦੇ, ਪਰ ਜਦੋਂ ਪੱਲੇ ਨਾਲ ਬੰਨੀਏ ਭਾਰ ਨਹੀਂ ਕੁਝ ਲੱਗਦਾ। ਆਗੇ ਜਾਏ ਪਾਈਅਤ ਲక్ష్ਮੀ ਅਪਾਰ ਜੀ। ਉਹ ਜਦੋਂ ਚੈੱਕ ਕੈਸ਼ ਕਰਾਈਦਾ ਏ, ਹੁੰਡੀ ਤੜਾਈ ਦੀ ਸੀ ਤੇ ਅਨੇਕਾਂ ਜਿਹੜਾ ਬਹੁਤਾ ਧਨ ਜਿਹੜਾ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਤੀਜੀ ਉਦਾਹਰਨ ਭਾਈ ਸਾਹਿਬ ਦਿੰਦੇ ਨੇ, ਜੈਸੇ ਵੱਟ ਬੀਜਤ ਸੂਖਮ ਸਰੂਪ ਹੋਤ। ਬੋੜ ਦਾ ਬੀਜ ਬੜਾ ਛੋਟਾ ਦਿਸਦਾ ਹੈ, ਪਰ ਜੈਸੇ ਵੱਟ ਬੀਜਤ ਸੂਖਮ ਸਰੂਪ ਹੋਤ, ਬੋਏ ਸੈ ਵਿਵਿਧ ਕਰੈ ਬਿਰਖਾ ਵਿਸਥਾਰ ਜੀ। ਜਦ ਉਹਨੂੰ ਬੀਜਿਆ ਜਾਵੇ ਤੇ ਫਿਰ ਬੜਾ ਵੱਡਾ ਫੈਲਾ ਕਰ ਦਿੰਦਾ ਹੈ ਰੁੱਖ ਦਾ। ਇਸੇ ਤਰ੍ਹਾਂ ਕਹਿੰਦੇ ਹਨ ਤਿੰਨ ਉਦਾਹਰਨਾਂ ਦੇ ਕੇ, ਜੈਸੇ ਵੱਟ ਬੀਜਤ ਸੂਖਮ ਸਰੂਪ ਹੋਤ, ਬੋਏ ਸੈ ਵਿਵਿਧ ਕਰੈ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ, ਮੈਂ ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਸੇ ਤਰ੍ਹਾਂ ਗੁਰਬਾਣੀ ਦਾ ਏਡਾ ਮਹਾਤਮ ਹੈ, ਗੁਰੂ ਕੇ ਸ਼ਬਦ ਦਾ ਏਡਾ ਮਹਾਤਮ ਹੈ, ਪਰ ਇਸ ਦਾ ਫਲ ਜਿਹੜਾ ਹੈ ਉਹ ਪਰਲੋਕ ਵਿੱਚ ਜਾ ਕੇ ਪਤਾ ਲੱਗਦਾ ਹੈ ਕਿ ਏਕ ਬਾਰ ਜਿਨ ਇੱਕ ਛਿਨ ਤੇ ਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੀ ਪਾਵਨ ਬਾਣੀ ਜੋ ਹੈ, ਗੁਰੂ ਦੇ ਜਸ ਰੂਪੀ ਧਾਗੇ ਦੇ ਵਿੱਚ ਪਰੋ ਕੇ, ਇਹ ਬਾਣੀ ਦੀਆਂ ਮੋਤੀ ਦੀਆਂ ਲੜੀਆਂ ਜੋ ਹਨ, ਜਿਨ੍ਹਾਂ ਸਿੱਖਾਂ ਨੇ ਆਪਣੇ ਹਿਰਦੇ ਵਿੱਚ ਪਰੋਣਾ ਕੀਤਾ ਹੈ, ਇਸ ਹਾਰ ਨੂੰ ਉਹ ਦੋਨਾਂ ਲੋਕਾਂ ਦੇ ਵਿੱਚ ਸ਼ੋਭਾ ਮਾਣ ਪਾਉਂਦੇ ਹਨ। ਸ੍ਰੀ ਬਾਲਾ ਸੰਧੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਾ ਸੁਣਾ ਰਹੇ ਨੇ। ਚੌਪਈ ਸੁਣੀਏ ਸ੍ਰੀ ਅੰਗਦ ਸੁਖ ਕਾਰਨ। ਸੁੱਖਾਂ ਦੇ ਕਾਰਨ, ਸੁੱਖਾਂ ਨੂੰ ਦੇਣ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸੁਣਨਾ ਕਰੋ। ਗਮਨੇ ਆਗੇ ਨਰਕ ਨਿਵਾਰਨ। ਨਰਕਾਂ ਤੋਂ ਬਾਹਰ ਕੱਢਣ ਵਾਸਤੇ ਸਤਿਗੁਰੂ ਜੀ ਸਾਡੇ ਭਲੇ ਵਾਸਤੇ, ਉਦਾਰ ਵਾਸਤੇ ਮਹਾਰਾਜ ਅੱਗੇ ਚੱਲੇ ਹਨ। ਰੂਮ ਵਿਲਾਇਤ ਜਹਾਂ ਮਹਾਨਾ। ਸਤਿਗੁਰੂ ਜੀ ਉੱਥੇ ਪਹੁੰਚਦੇ ਨੇ ਹੁਣ ਜਿਹੜਾ ਵਿਲਾਇਤ ਦੇਸ਼, ਰੂਮ ਦੇਸ਼ ਹੈ। ਪਾਤਸ਼ਾਹ ਕਾ ਰੂਤਿ ਥਾਨਾ। ਇਸ ਰੂਮ ਵਿਲਾਇਤ ਦੇਸ਼ ਦਾ ਜਿਹੜਾ ਰਾਜਾ ਸੀ, ਉਸ ਦਾ ਨਾਮ ਕਾਰੂ ਸੀ। ਤਹਾਂ ਜਾਏ ਦੇਖਿਓ ਪੁਰ ਪਾਰੀ। ਤੇ ਇਸ ਨਗਰ ਵਿੱਚ ਜਾ ਕੇ ਸਤਿਗੁਰਾਂ ਨੇ ਵੱਡੇ ਨਗਰ ਨੂੰ ਦੇਖਿਆ ਹੈ। ਮਹਾਰੰਕ ਬਸ ਹੈ ਨਰ ਨਾਰੀ। ਇਸ ਨਗਰ ਦੇ ਵਿੱਚ, ਦੇਸ਼ ਦੇ ਵਿੱਚ ਲੋਕ ਬਹੁਤ ਗਰੀਬੀ ਦੇ ਵਿੱਚ ਰਹਿ ਰਹੇ ਸਨ। ਬੜੀ ਇਹਨਾਂ ਲੋਕਾਂ ਦੀ ਹਾਲਤ ਤਰਸਯੋਗ ਸੀ। ਕਿਰਤ ਕਰਤ ਸਭ ਦਿਵਸ ਬਿਤਾਵਤ। ਸਾਰਾ ਦਿਨ ਆਪਣੀ ਕਿਰਤ ਕਰਦਿਆਂ ਬਤੀਤ ਕਰਦੇ ਨੇ। ਦਰਬ ਨਾ ਪਾਸ ਸਦਾ ਦੁਖ ਪਾਵਤ। ਪਰ ਇਹਨਾਂ ਕੋਲ ਧਨ ਨਹੀਂ ਸੀ ਹੁੰਦਾ ਤੇ ਧਨ ਤੋਂ ਬਿਨਾਂ ਇਹ ਸਦਾ ਦੁਖੀ ਰਹਿੰਦੇ ਸਨ, ਕਿਉਂਕਿ ਜਿਹੜਾ ਧਨ ਸੀ ਉਹ ਤਾਂ ਰੂਮ ਦੇਸ਼ ਦਾ ਜਿਹੜਾ ਰਾਜਾ ਸੀ, ਇੱਥੋਂ ਦਾ ਕਾਰੂ ਬਾਦਸ਼ਾਹ, ਉਹਨੇ ਸਾਰਾ ਜਿਹੜਾ ਧਨ ਸੀ ਉਹ ਖੋਹ ਲਿਆ ਸੀ ਲੋਕਾਂ ਤੋਂ, ਗਰੀਬਾਂ ਤੋਂ, ਤੇ ਧਨ ਜੋੜ ਕੇ ਆਪਣੇ ਪਾਸ ਰੱਖਿਆ ਸੀ। ਲੋਕਾਂ ਦੀ ਹਾਲਤ ਐਸੀ ਸੀ ਕਿ ਆਪਣੇ ਪੇਟ ਦੀ ਪੂਰਤੀ ਵਾਸਤੇ ਸਾਰਾ ਦਿਨ ਤਾਂ ਕਿਰਤ ਕਰਦੇ ਸੀ,
ਪਰ ਹੱਥ ਇਹਨਾਂ ਦੇ ਧਨ ਨਾ ਆਉਣ ਕਰਕੇ ਇਹ ਲੋਕ ਦੁਖੀ ਰਹਿੰਦੇ ਸਨ। ਜਿਸ ਤਰ੍ਹਾਂ ਆਪਾਂ ਆਮ ਲੋਕਾਂ ਦੀ ਹਾਲਤ ਦੇਖਦੇ ਹਾਂ ਕਿ ਮਿਹਨਤ ਸਭ ਨਾਲੋਂ ਜ਼ਿਆਦਾ ਕਰਦੇ ਨੇ, ਪਰ ਸ਼ਾਮ ਦੇ ਵਕਤ ਕਈ ਵਾਰੀ 2 ਰੋਟੀਆਂ ਵੀ ਬੜੀ ਉਹ ਮਸ਼ੱਕਤ ਦੇ ਨਾਲ ਹੱਥ ਉੱਤੇ ਉਹਨਾਂ ਦੇ ਆਉਂਦੀਆਂ ਨੇ। ਇਸ ਤਰ੍ਹਾਂ ਇਹਨਾਂ ਲੋਕਾਂ ਦੀ ਹਾਲਤ ਤਰਸਯੋਗ ਸੀ, ਕਿਉਂਕਿ ਜੇ ਰਾਜੇ ਪਾਪੀ ਹੋਣ ਤੇ ਫਿਰ ਪ੍ਰਜਾ ਦਾ ਭਲਾ ਕਿਸ ਤਰ੍ਹਾਂ ਹੋ ਸਕਦਾ। ਇੱਥੋਂ ਦਾ ਜਿਹੜਾ ਕਾਰੂ ਬਾਦਸ਼ਾਹ ਸੀ ਪਾਪੀ ਰਾਜਾ ਸੀ ਤੇ ਲੋਕਾਂ ਦੀ ਹਾਲਤ ਤਰਸਯੋਗ ਸੀ। ਸੰਤ ਅਤਿਤ ਕੀ ਸੇਵ ਨ ਕਰਈ। ਹੁਣ ਘਰ ਵਿੱਚ ਧਨ ਨਾ ਹੋਣ ਕਰਕੇ ਇਹ ਸੰਤਾਂ ਦੀ ਲੋੜਵੰਦਾਂ ਦੀ ਸੇਵਾ ਨਹੀਂ ਸੀ ਕਰ ਸਕਦੇ। ਇੱਕ ਤਾਂ ਮਾਲਕ ਦਾ ਉਪਦੇਸ਼ ਹੈ ਕਿ ਕਿਸੇ ਸੰਤ ਦੀ ਕਮਾਈ ਵਾਲੇ ਦੀ ਜਾਂ ਕੋਈ ਲੋੜਵੰਦ ਹੋਵੇ ਤੇ ਉਹਦੀ ਸੇਵਾ ਦੇ ਵਿੱਚ ਹਾਜ਼ਰ ਹੋਣਾ, ਉਹਦੀ ਸੇਵਾ ਕਰਨੀ, ਪਰ ਉਹ ਵੀ ਉਹ ਕਰ ਸਕਦਾ ਹੈ ਜਿਹਦੇ ਪੱਲੇ ਕੁਝ ਹੋਵੇ। ਜਿਹਦੇ ਪੱਲੇ ਕੁਝ ਨਹੀਂ ਹੈ ਉਹ ਸੇਵਾ ਕੀ ਕਰੇਗਾ। ਇਸ ਕਰਕੇ ਸੰਤਾਂ ਦੀ ਲੋੜਵੰਦਾਂ ਦੀ ਸੇਵਾ ਨਹੀਂ ਸੀ ਕਰ ਸਕਦੇ। ਭੂਪ ਪ੍ਰਜਾ ਏਕੈ ਅਨਹਰੀ। ਤੇ ਜਿਹੜਾ ਭੂਪ ਪ੍ਰਜਾ ਏਕੈ ਅਨਹਰੀ, ਭੂਪ ਰਾਜਾ ਅਤੇ ਇੱਥੋਂ ਦੀ ਪ੍ਰਜਾ, ਇਹਨਾਂ ਦਾ ਇੱਕ ਜਿਹਾ ਸੁਭਾਅ ਸੀ। ਕਾਰੂ ਬਾਦਸ਼ਾਹ ਪਾਪੀ ਸੀ, ਉਹ ਤਾਂ ਨਹੀਂ ਸੀ ਕਿਸੇ ਦੀ ਸੇਵਾ ਦੇ ਵਿੱਚ ਆਉਂਦਾ, ਤੇ ਜਿਹੜੀ ਪ੍ਰਜਾ ਸੀ ਉਹ ਧਨ ਤੋਂ ਹੀਣੀ ਸੀ, ਪੱਲੇ ਕੁਝ ਨਾ ਹੋਣ ਕਰਕੇ ਕਿਸੇ ਦੀ ਸੇਵਾ ਨਹੀਂ ਸੀ ਕਰਦੇ। ਸ੍ਰੀ ਪਰਮੇਸ਼ਰ ਨਾਮ ਨਾ ਲਈ। ਤੇ ਨਾ ਹੀ ਪਰਮੇਸ਼ਰ ਦਾ ਨਾਮ ਲੈਂਦੇ ਸਨ। ਹਾਲਤ ਤਰਸਯੋਗ ਉਦੋਂ ਹੁੰਦੀ ਹੈ ਜਦੋਂ ਰੱਬ ਦੀ ਯਾਦ ਭੁਲਾ ਦਿੱਤੀ ਜਾਵੇ, ਜਦੋਂ ਨਾਮ ਨੂੰ ਵਿਸਾਰ ਦਈਏ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨਾ ਨਹੀਂ ਤਨ ਮੈਂ ਰੋਗ। ਜਦੋਂ ਨਾਮ ਨੂੰ ਹੀ ਭੁਲਾ ਦਿੱਤਾ ਤੇ ਫਿਰ ਜਿਹੜਾ ਸੁੱਖ ਕਿੱਥੋਂ ਪ੍ਰਾਪਤ ਹੋਣਾ ਸੀ। ਇਸ ਕਰਕੇ ਲੋਕ ਨਾਮ ਵੀ ਨਹੀਂ ਸਨ ਪਰਮੇਸ਼ਰ ਦਾ ਜਪਦੇ। ਦੋਹੋਂ ਲੋਕ ਦੁਖ ਪਾਵੈ ਤੇਈ। ਹੁਣ ਨਾਮ ਨਾ ਜਪਣ ਕਰਕੇ ਇੱਕ ਤਾਂ ਕੋਲ ਪੱਲੇ ਵੀ ਕੁਝ ਨਹੀਂ ਸੀ, ਨਾਮ ਨਾ ਜਪਣ ਕਰਕੇ ਤੇ ਪਰਲੋਕ ਦੇ ਵਿੱਚ ਵੀ ਸਜ਼ਾਵਾਂ ਹੀ ਮਿਲਣੀਆਂ ਸੀ। ਤੇ ਤਸਕਰ ਜੋ ਨਾਮ ਨਾ ਲੇਵੈ, ਆਪਾਂ ਕਹਿੰਦੇ ਆ ਕਿ ਸਾਡੀ ਕਿਰਤ ਚੰਗੀ ਐ, ਅਸੀਂ ਕਿਹੜਾ ਚੋਰੀ ਕਰਦੇ ਆ, ਪਰ ਪਾਤਸ਼ਾਹ ਕਹਿੰਦੇ ਨੇ ਚੋਰ ਹਨ ਉਹ ਜਿਹੜੇ 24,000 ਸਵਾਸ ਇੱਕ ਦਿਨ ਦੇ ਲੈ ਕੇ ਥੋੜਾ ਸਮਾਂ ਵੀ ਕੱਢ ਕੇ ਸੰਗਤ ਵਿੱਚ ਆ ਕੇ ਬੈਠ ਕੇ ਨਾਮ ਨਹੀਂ ਨਾ ਜਪਦੇ। ਫਿਰ ਤੇ ਤਸਕਰ ਜੋ ਨਾਮ ਨਾ ਲੇਵੈ, ਤਸਕਰ ਨਾਮ ਹੈ ਚੋਰ ਦਾ। ਜੋ ਨਾਮ ਨਾ ਲੇਵੈ, ਜੋ ਨਾਮ ਨਹੀਂ ਜਪਦੇ, ਵਾਸੈ ਕੋਟ ਪੰਚਾਸਾ। ਇਹਨਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਦੇਖਿਆ ਕਿ ਇੱਥੇ ਵੀ ਇਹ ਦੁਖੀ ਨੇ, ਨਾਮ ਨਾ ਜਪਣ ਕਰਕੇ ਪਰਲੋਕ ਵਿੱਚ ਵੀ ਦੁਖੀ ਹੋਣਗੇ। ਤਿਨ ਕੋ ਸੁਖ ਦੇਨੇ ਕੇ ਹੇਤਾ। ਇਹਨਾਂ ਦੇ ਦੁੱਖ ਕੱਟਣ ਵਾਸਤੇ ਪੁਰ ਪਰਵਿਸ਼ੇ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਨਿਸ਼ਾਨ ਸਤਿਗੁਰੂ ਜੀ ਇਸ ਨਗਰ ਦੇ ਵਿੱਚ, ਰੂਮ ਦੇ ਵਿੱਚ ਪ੍ਰਵੇਸ਼ ਕਰਦੇ ਹਨ। ਕਾਰੂ ਕੇਰ ਦੁਰਗ ਜਿਹ ਪਾਰੀ। ਜਿੱਥੇ ਕਾਰੂ ਬਾਦਸ਼ਾਹ ਦਾ ਵੱਡਾ ਕਿਲਾ ਸੀ, ਤਿਸਤੇ ਬੈਠੇ ਜਾਏ ਅਗਾਰੀ। ਇਸ ਕਿਲੇ ਦੇ ਅੱਗੇ ਜਾ ਕੇ ਸਤਿਗੁਰੂ ਬੈਠ ਗਏ ਹਨ। ਬ੍ਰਿੰਦ ਹੁਤੇ ਦਰ ਪਰ ਦਰਵਾਨਾ। ਇਸ ਦੇ ਦਰਵਾਜ਼ੇ ਦੇ ਉੱਤੇ, ਮੁੱਖ ਦਰਵਾਜ਼ੇ ਦੇ ਉੱਤੇ ਬਹੁਤ ਪਹਿਰੇਦਾਰ ਖੜੇ ਸਨ। 300 ਸ੍ਰੀ ਗੁਰ ਬਚਨ ਬਖਾਨਾ। ਇਹਨਾਂ ਪਹਿਰੇਦਾਰਾਂ ਦੇ ਤਾਈਂ ਸਤਿਗੁਰੂ ਜੀ ਨੇ ਬਚਨ ਕਿਹਾ ਹੈ। ਕੈਸੋ ਹੈ ਪਤ ਸ਼ਾਹ ਵਿਲਾਇਤ। ਗੁਰਦੇਵ ਪੁੱਛਦੇ ਨੇ ਪਹਿਰੇਦਾਰਾਂ ਤੋਂ ਕਿ ਦੱਸੋ ਕਿ ਤੁਹਾਡਾ ਇਹ ਵਿਲਾਇਤ ਦੇਸ਼ ਦਾ ਜਿਹੜਾ ਰਾਜਾ ਉਹ ਕਿਸ ਤਰ੍ਹਾਂ ਦਾ ਹੈ। ਕੇਤਕ ਦੇਤ ਫਕੀਰ ਖਰਾਇਤ। ਜੇ ਕੋਈ ਪੀਰ ਫਕੀਰ ਆਵੇ ਤੇ ਉਹਨਾਂ ਦੇ ਤਾਈਂ ਕਿੰਨਾ ਕੁ ਦਾਨ ਕਰਦਾ ਹੈ। ਕੈਸੋ ਨਿਆਓ ਪ੍ਰਜਾ ਕੋ ਕਰਈ। ਜਿਹੜੀ ਇੱਥੋਂ ਦੀ ਪ੍ਰਜਾ ਹੈ ਉਹਨਾਂ ਦਾ ਨਿਆਂ ਕਿਸ ਤਰ੍ਹਾਂ ਕਰਦਾ ਹੈ। ਕਰੁਣਾ ਕਿਤ ਕ੍ਰਿਦੇ ਮੈਂ ਤਰਈ। ਇਹਦੇ ਹਿਰਦੇ ਵਿੱਚ ਕਿੰਨੀ ਕੁ ਦਇਆ ਹੈ, ਕਿੰਨਾ ਕੁ ਤਰਸ ਹੈ। ਸੁਨੰਦਰ ਵਾਨਨ ਗਿਰਾ ਉਚਾਰੀ। ਸਤਿਗੁਰਾਂ ਦੇ ਮੁਖ ਤੋਂ ਜਦੋਂ ਪਹਿਰੇਦਾਰਾਂ ਨੇ ਗੱਲ ਸੁਣੀ ਹੈ, ਅਤ ਪ੍ਰਜਾ ਇਨ ਨੀਕੀਨ ਦੁਖਾਰੀ। ਕਹਿਣ ਲੱਗੇ ਮਹਾਰਾਜ ਅਸੀਂ ਤਾਂ ਆਪ ਦੁਖੀ ਹਾਂ। ਕਈ ਵਾਰੀ ਪਹਿਰੇਦਾਰ ਵੀ ਇੰਨੇ ਦੁਖੀ ਹੁੰਦੇ ਨੇ, ਨਾਲ ਰਹਿਣ ਵਾਲੇ ਵੀ, ਕਿਉਂਕਿ ਜਿਹਦਾ ਹਿਰਦਾ ਹੀ ਕਠੋਰ ਹੈ, ਜਿਹੜਾ ਹੈ ਹੀ ਪਾਪੀ ਹੈ, ਉਹਨੇ ਨਾਲ ਰਹਿਣ ਵਾਲਿਆਂ ਨੂੰ ਕੀ ਸੁੱਖ ਦੇਣਾ। ਤੇ ਜਿਹਦਾ ਹਿਰਦਾ ਕੋਮਲ ਹੋਵੇ ਉਹ ਸਾਰੀ ਪ੍ਰਜਾ ਨੂੰ ਵੀ ਸੁੱਖ ਦਿੰਦਾ ਹੈ, ਤੇ ਨਾਲ ਰਹਿਣ ਵਾਲੇ ਤਾਂ ਆਪੇ ਹੀ ਸੁਖੀ ਨੇ। ਉਹ ਕਹਿਣ ਲੱਗੇ ਮਹਾਰਾਜ ਕੀ ਦਸੀਏ ਇਸ ਦੇ ਬਾਰੇ ਕਿ ਇਹ ਕਿੰਨਾ ਕੁ ਪਾਪੀ ਹੈ। ਕਾਰੂ ਅਤ ਜ਼ੁਲਮੀ ਪਤਸ਼ਾਹ। ਇਹ ਕਾਰੂ ਬਾਦਸ਼ਾਹ ਜਿਹੜਾ ਹੈ ਇਹ ਬੜਾ ਜ਼ੁਲਮੀ ਰਾਜਾ ਹੈ, ਇਹਦੀ ਖੋਟੀ ਮੱਤ ਹੈ। ਕਿਰਪਨ ਵਿਸਾਲ ਰਹਿ ਤਨ ਚਾਹੇ। ਬੜਾ ਵੱਡਾ ਕੰਜੂਸ ਹੈ, ਬਸ ਹਰ ਵਕਤ ਇਹੋ ਹੀ ਦੇਖਦਾ ਰਹਿੰਦਾ ਕਿ ਕਿੱਥੋਂ ਧਨ ਆ ਜਾਵੇ, ਕਿੱਥੋਂ ਦੌਲਤ ਆ ਜਾਵੇ, ਕਿੱਥੋਂ ਹੋਰ ਮਾਇਆ ਜਾਵੇ। ਕਦੇ ਬੰਦਾ ਵੀ ਰੱਜਿਆ ਹੈ, ਥੋੜੀ ਪਾ ਕੇ ਬਹੁਤੀ ਲੋਚਦਾ ਹੈ, ਬਹੁਤੀ ਆ ਜੇ ਹੋਰ ਲੋਚਦਾ ਹੈ।
ਇਹ ਬਸ ਧਨ ਦੀ ਉਹ ਇੱਛਾ ਰੱਖਦਾ ਹੈ। ਰੰਚਕ ਦਾਨ ਕਿਸੂ ਨਹਿ ਦੇਈ, ਜਿਹੜਾ ਹੈ ਹੀ ਕੰਜੂਸ ਧਨ ਦੀ ਲੋਚਨਾ ਰੱਖਦਾ ਹੈ ਤੇ ਰੰਚਕ ਰੱਤੀ ਮਾਤਰ ਵੀ ਦਾਨ ਕਿਸੇ ਨੂੰ ਕੁਝ ਨਹੀਂ ਕਰਦਾ। ਪਰਜਾ ਸਰਬ ਲੂਟ ਇਨ ਲਈ, ਇਹ ਸਾਰੇ ਨਗਰ ਦੀ ਪਰਜਾ, ਦੇਸ਼ ਦੀ ਪਰਜਾ ਇਹ ਕਾਰੂ ਨੇ ਲੁੱਟ ਲਈ ਹੈ। ਇਸ ਕੋ ਭ੍ਰਾਂਤ ਹਰੂਨਨ ਜੋਊ, ਮਹਾਰਾਜ ਦਾ ਇੱਕ ਵੱਡਾ ਭਰਾ ਸੀ ਜਿਸ ਦਾ ਨਾਮ ਹਰੂਨਰ ਸੀ, ਦਰਬਗੰਜ 40 ਕੇ ਸੋਊ। ਤੇ ਇਸ ਦੇ ਭਰਾ ਨੇ ਜਿਹੜਾ ਹਰੂਨ ਹੈ ਪਹਿਲਾਂ ਬਾਦਸ਼ਾਹ ਸੀ, ਉਹਨੇ 40 ਗੰਜ ਧਨ ਜੋੜਿਆ ਸੀ। ਇਨ ਕੀਨੇ 45 ਗੰਜ, ਹੁਣ ਇਹਦੇ ਮਨ ਦੀ ਇੱਛਾ ਹੈ ਕਿ ਮੈਂ ਧਨ ਵਿੱਚ ਹੋਰ ਵਾਧਾ ਕਰਾਂ, ਕਿਉਂਕਿ ਇਹ ਵੀ ਇੱਕ ਤ੍ਰਿਸ਼ਨਾ ਅੱਗ ਹੈ ਨਾ, ਕਿੰਨੀਆਂ ਵੀ ਲੱਕੜਾਂ ਸੁੱਟੋ ਕਦੇ ਬੁਝਦੀ ਨਹੀਂ, ਕਦੇ ਰੱਜਦੀ ਨਹੀਂ। ਭਰਾ ਨੇ ਹਰੂਨ ਹੈ ਜਿਹੜਾ ਬਾਦਸ਼ਾਹ ਸੀ, ਉਹਨੇ ਪਾਪ ਕਰਕੇ 40 ਗੰਜ ਧਨ ਜੋੜਿਆ ਸੀ। ਜਦੋਂ ਇਹ ਗੱਦੀ ਤੇ ਬੈਠਾ, ਇਹਦੇ ਮਨ ਵਿੱਚ ਹੁਣ ਆਈ ਹੈ ਕਿ ਮੈਂ ਇਹਨੂੰ 45 ਗੰਜ ਹੋਰ ਇਹਨੇ ਵਧਾ ਲਿਆ, ਕਿਉਂਕਿ ਕਦੇ ਵੀ ਬੰਦਾ ਜੇ 99 ਰੁਪਏ ਕੋਲ ਹੋਣ ਤੇ ਯਤਨ ਕਰੇਗਾ 100 ਹੋ ਜਾਣ, ਤੇ ਫਿਰ ਨਾ ਤੇ ਉਹ ਆਪਣੇ ਤੇ ਖਰਚ ਸਕਦਾ, ਵਰਤ ਸਕਦਾ, ਤੇ ਦੂਜੇ ਨੂੰ ਦਾਨ ਉਹਨੇ ਦੇਣਾ ਕੀ ਹੈ। ਜੇ 99 ਲੱਖ ਹੈ ਤੇ ਯਤਨ ਕਰਦਾ ਕਰੋੜ ਪੂਰਾ ਹੀ ਹੋ ਜੇ। 40 ਗੰਜ ਪਹਿਲਾਂ ਹੀ ਇਹਦੇ ਭਰਾ ਨੇ ਧਨ ਜੋੜਿਆ ਸੀ, ਪਰ ਇਹਨੇ ਹੁਣ 45 ਗਜ ਧਨ ਜੋੜਿਆ ਹੈ। ਸਰਬ ਵਿਲਾਇਤ ਮਾਇਆ ਸੰਜ, ਸਾਰੀ ਵਿਲਾਇਤ ਦੇਸ਼ ਦੇ ਵਿੱਚੋਂ ਮਾਇਆ ਇਹਨਾਂ ਇਕੱਠੀ ਕਰ ਲਈ ਹੈ। ਦੋਹਰਾ ਦਾਦ ਪੁਕਾਰ ਨਾ ਸੁਣੀਏ ਕਛ, ਕਿਸੇ ਦੀ ਵੀ ਇਹ ਪੁਕਾਰ ਫਰਿਆਦ ਇਹ ਬਾਦਸ਼ਾਹ ਨਹੀਂ ਸੁਣਦਾ। ਲੇਵ ਹੈ ਧਨ ਖੁਆਏ, ਨਾ ਹੀ ਕਿਸੇ ਨੂੰ ਇਹ ਧਨ ਜਿਹੜਾ ਹੈ, ਜੇ ਪਤਾ ਲੱਗੇ ਕਿਸੇ ਪਾਸ ਧਨ ਹੈ ਤੇ ਉਹਦੇ ਕੋਲੋਂ ਖੋਹ ਲੈਂਦਾ ਹੈ। ਦਇਆਹੀਨ ਦੁਖ ਦੇਹ ਸਭ, ਇਹ ਦਇਆ ਤੋਂ ਹੀਣਾ ਹੈ ਤੇ ਸਾਰੀ ਪ੍ਰਜਾ ਨੂੰ ਦੁੱਖ ਹੀ ਦਿੰਦਾ ਹੈ। ਮਾਨਤ ਬਾਤ ਨ ਕਾਏ, ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ, ਰਾਜੀ ਨਹੀਂ ਇਹ ਜ਼ੁਲਮੀ ਰਾਜਾ। ਚੌਪਈ ਦੇਸ਼ ਵਿਲਾਇਤ ਸਗਰੇ ਲੋਕਾ, ਸਾਰੇ ਵਿਲਾਇਤ ਦੇਸ਼ ਦੇ ਜੋ ਲੋਕ ਹਨ, ਰਹਿ ਦੁਖੀ ਨਿਤ ਧਰੇ ਔਰ ਸ਼ੋਕਾ। ਇਸ ਜ਼ੁਲਮੀ ਰਾਜੇ ਕਰਕੇ ਦੁਖੀ ਰਹਿੰਦੇ ਨੇ, ਬਹੁਤ ਸ਼ੋਕ ਦੇ ਵਿੱਚ ਹਨ। ਕਿਤੇ ਗ੍ਰਾਮ ਕਰ ਗਏ ਉਜਾਰਾ, ਕਈ ਜਿਹੜੇ ਲੋਕ ਨੇ ਉਹ ਤਾਂ ਨਗਰ ਹੀ ਛੱਡ ਕੇ ਚਲੇ ਗਏ। ਇਸ ਪਾਪੀ ਬੰਦੇ ਕਰਕੇ ਉਹਨਾਂ ਨੇ ਆਪਣਾ ਇਹ ਨਗਰ ਦੇਸ਼ ਹੀ ਛੱਡ ਦਿੱਤਾ ਹੈ। ਕੀਤਕ ਮਰ ਗਏ ਕਰਤ ਪੁਕਾਰਾ, ਕਈ ਤਾਂ ਪੁਕਾਰਾਂ ਕਰਦਿਆਂ ਹੀ ਮਰ ਗਏ, ਸੰਸਾਰ ਤੋਂ ਚਲੇ ਗਏ। ਸੁਨ ਕਰ ਤਿਨ ਕੇ ਕਿਰਪਾ ਨਿਦਾਨਾ, ਕਿਰਪਾ ਦੇ ਖਜ਼ਾਨੇ ਸਤਿਗੁਰਾਂ ਨੇ ਜਦੋਂ ਇਹਨਾਂ ਦੀ ਇਹ ਫਰਿਆਦ ਸੁਣੀ ਹੈ, ਪੁਨ ਬੂਝੇ ਸੋ ਦਰਵਾਨਾ। ਸਤਿਗੁਰੂ ਜੀ ਇਹਨਾਂ ਪਹਿਰੇਦਾਰਾਂ ਤੋਂ ਪੁੱਛਣ ਲੱਗੇ ਨੇ, ਕੈਸੇ ਦਰਬ ਕੀਨ ਇਕ ਠਾਈ, ਮਹਾਰਾਜ ਕਹਿੰਦੇ ਇਹਨੇ ਧਨ ਕਿਸ ਤਰ੍ਹਾਂ ਇੱਕ ਥਾਂ ਜੋੜਿਆ ਹੈ, ਰਾਖਤ ਹੈ ਨਰ ਅਦਕ ਦੁਰਾਈ, ਤੇ ਕਿਸ ਤਰ੍ਹਾਂ ਲੋਕਾਂ ਤੋਂ ਲੁਕਾ ਕੇ ਰੱਖਦਾ ਹੈ। ਹੋਏ ਅਕੇਲੇ ਗਾਡੈ ਧਰਮੈ, ਜਾਂ ਕੱਲਾ ਹੋ ਕੇ ਧਰਤੀ 'ਚ ਗੱਡ ਦਿੰਦਾ ਹੈ ਘਰ ਵਿੱਚ। ਨਿਸ ਦਿਨ ਬਸਿਓ ਰਹਿਤ ਸੋ ਉਰਮੈ, ਦਿਨ ਰਾਤ ਇਹ ਧਾਨੀ ਮਾਇਆ ਹੀ ਇਹਦੇ ਅੰਦਰ ਵਸੀ ਰਹਿੰਦੀ ਹੈ। ਕੌਣ ਰੀਤ ਕਰ ਇਨਹਿ ਸਕੇਲੀ, ਕਿਹੜੇ ਕਿਹੜੇ ਯਤਨ ਕਰਕੇ ਕਾਰੂ ਨੇ ਮਾਇਆ ਇਕੱਠੀ ਕੀਤੀ ਹੈ। ਆਵਤ ਜਾਤੀ ਹੋਤ ਦੋਹੇਲੀ, ਆਉਂਦੀ ਜਾਂਦੀ ਇਹ ਬੰਦੇ ਨੂੰ ਦੋਖੀ ਦੇ ਕੇ ਜਾਂਦੀ ਹੈ। ਪਾਪਾਂ ਬਾਝੋਂ ਹੋਵੇ ਨਹੀਂ, ਜੇ ਬੰਦਾ ਜੋੜਨ ਦਾ ਯਤਨ ਕਰੇ ਤਾਂ ਪਾਪ ਕਰਕੇ ਜੋੜਦੇ ਆ ਨਾ, ਨਹੀਂ ਤਾਂ ਦਸਾਂ ਨੋਹਾਂ ਦੀ ਕਿਰਤ ਦੇ ਨਾਲ ਤੇ ਪ੍ਰਸ਼ਾਦਾ ਪਾਣੀ ਉਹ ਚੱਲਦਾ ਹੈ। ਤੇ ਜੇ ਬਹੁਤਿਆਂ ਦੀ ਗੱਲ ਹੈ ਕਿ ਜੇ ਜੋੜਨ ਲੱਗਣ ਫਿਰ ਪਾਪਾਂ ਬਾਝੋਂ ਹੋਵੇ ਨਹੀਂ, ਮੋਇਆ ਸਾਥ ਨਾ ਜਾਈ। ਇਹ ਆਉਂਦੀ ਵੀ ਦੁੱਖ ਦਿੰਦੀ ਹੈ ਤੇ ਫਿਰ ਜਾਂਦੀ ਵੀ ਦੁੱਖ ਦਿੰਦੀ ਹੈ। ਮਹਾਰਾਜ ਕਹਿੰਦੇ ਇਹਨੇ ਯਤਨ ਕਿਹੜੇ ਕੀਤੇ ਨੇ, ਕਿਸ ਤਰ੍ਹਾਂ ਇਕੱਠੀ ਕੀਤੀ, ਕਿਹੜੇ ਪਾਪ ਕਰਕੇ। ਤਬ ਦਰਵਾਨਨ ਬੈਨ ਬਖਾਨਾ, ਇਹ ਜਿਹੜੇ ਪਹਿਰੇਦਾਰ ਸੀ ਸੁਣ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਸੁਨੋ ਬਾਤ ਦਰਵੇਸ਼ ਮਹਾਨਾ। ਕਹਿਣ ਲੱਗੇ ਐ ਮਹਾਨ ਦਰਵੇਸ਼ ਫਕੀਰ ਜੀ, ਆਪ ਜੀ ਸੁਣ ਨਾ ਕਰੋ। ਏਕ ਸਮੈ ਕਾਰੂ ਜੋ ਰਾਈ, ਇੱਕ ਸਮੇਂ ਜਿਹੜਾ ਕਾਰੂ ਬਾਦਸ਼ਾਹ ਹੈ, ਨਿਜ ਵਜ਼ੀਰ ਸਭ ਲੀਨ ਬੁਲਾਈ, ਇਹਨੇ ਸਾਰੇ ਆਪਣੇ ਮੰਤਰੀ ਵਜ਼ੀਰ ਇਕੱਠੇ ਕਰ ਲਏ। ਬੂਝਨ ਕੀਨੇ ਬਚਨ ਕਠੋਰਾ, ਉਹਨਾਂ ਨੂੰ ਕਠੋਰ ਬਚਨ ਕਹਿ ਕੇ ਬੜੇ ਗੁੱਸੇ ਦੇ ਵਿੱਚ ਮੰਤਰੀਆਂ ਨੂੰ ਵਜ਼ੀਰਾਂ ਨੂੰ ਪੁੱਛਣ ਲੱਗਾ, ਹੈ ਕਿ ਨਹੀਂ ਤਨ ਔਰੇ ਠੌਰਾ, ਇਹ ਦੱਸੋ ਕਿ ਹੋਰ ਕਿਸੇ ਪਾਸ ਇਸ ਦੇਸ਼ ਦੇ ਵਿੱਚ ਧਨ ਹੈ ਕਿ ਨਹੀਂ। ਮੋਰ ਵਿਲਾਇਤ ਮੈਂ ਕਿਤ ਬਾਚੋ, ਮੇਰੇ ਇਸ ਵਿਲਾਇਤ ਦੇਸ਼ ਦੇ ਵਿੱਚ ਕਿਸੇ ਦੇ ਘਰ ਧਨ ਹੈ ਕਿ ਨਹੀਂ। ਦੇਹੋ ਬਤਾਏ ਬੈਨ ਕਿਹ ਸਾਚੋ, ਤੁਸੀਂ ਤਾਂ ਇਸ ਨਗਰ ਦੇ ਵਿੱਚ ਦੇਸ਼ ਵਿੱਚ ਵਿਚਰਦੇ ਹੋ ਨਾ, ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਕਿਹਦੇ ਘਰ ਧਨ ਹੁਣ ਬਾਕੀ ਰਹਿੰਦਾ ਹੈ। ਦੋਹਰਾ ਸੁਨ ਵਜ਼ੀਰ ਡਰ ਅਰਜ ਕੀਏ, ਹੁਣ ਵਜ਼ੀਰ ਜਿਹੜੇ ਸਾਨੂੰ ਬਹੁਤ ਡਰੇ ਹੋਏ ਸੁਣ ਕੇ ਕਹਿਣ ਲੱਗੇ, ਕਹੂੰ ਰਜਤ ਪਣ ਨਾਹੇ, ਕਹਿਣ ਲੱਗੇ ਬਾਦਸ਼ਾਹ
ਹੁਣ ਕਿਸੇ ਘਰ ਦੇ ਵਿੱਚ ਕੋਈ ਪੈਸਾ ਨਹੀਂ ਬਚਿਆ। ਸ਼ਰਦ ਮੇਘ ਜਲਹੀਨ ਜਿਉ ਇਸ ਤਰ੍ਹਾਂ ਹਾਲਤ ਹੋ ਗਈ ਜਿਸ ਤਰ੍ਹਾਂ ਸਰਦੀਆਂ ਦੇ ਬੱਦਲ ਹੁੰਦੇ ਹਨ, ਤਿਉ ਲਖ ਦੇਸ਼ਨ ਮਾਹੇ ਪਾਣੀ ਤੋਂ ਰਹਿਤ ਹੁੰਦੇ ਨੇ, ਇਸ ਤਰ੍ਹਾਂ ਹਾਲਤ ਤੇਰੇ ਦੇਸ਼ ਦੀ ਹੋ ਚੁੱਕੀ ਹੈ। ਚਉ ਪਈ ਏਕ ਰਜਤ ਪਣ ਸਗਰੇ ਦੇਸ਼ਾ ਇੱਕ ਵੀ ਰੁਪਈਆ ਸਾਰੇ ਦੇਸ਼ ਦੇ ਵਿੱਚ ਖੋਜਿਓ ਪਾਏ ਨ ਕਹੂੰ ਨਰੇਸ਼ਾ ਲੱਭਿਆ ਨਹੀਂ ਲੱਭਦਾ ਕਿਸੇ ਪਾਸੋਂ। ਸੁਨ ਕਾਰੂ ਨਿਜ ਸੁਤਾ ਬੁਲਾਈ ਇਹ ਗੱਲ ਸੁਣ ਕੇ, ਹੁਣ ਹੈ ਹੀ ਇਹ ਅਧਰਮੀ ਸੀ, ਤੇ ਅਧਰਮੀ ਬੰਦਾ ਜਿਹੜਾ ਲੋਭੀ ਬੰਦਾ ਹੈ, ਗੁਰਦੇਵ ਕਹਿੰਦੇ ਹਨ ਲੋਭੀ ਜੰਤ ਨਾ ਜਾਣੀ ਭਖ ਭਖ ਸਭ ਖਾਏ। ਜਿਸ ਤਰ੍ਹਾਂ ਕੁੱਤੇ ਨੂੰ ਹਲਕਾ ਹੋ ਜਾਵੇ ਨਾ ਤੇ ਕੁੱਤਾ ਆਪਣੇ ਮਾਲਕ ਨੂੰ ਵੀ ਵੱਢਣੋਂ ਸੰਕੋਚ ਨਹੀਂ ਕਰਦਾ, ਇਸੇ ਤਰ੍ਹਾਂ ਜਦ ਬੰਦੇ ਨੂੰ ਲੋਭ ਦਾ ਹਲਕਾ ਹੋ ਜਾਵੇ ਤੇ ਨਹੀਂ ਦੇਖਦਾ ਕੌਣ ਮਾਂ ਹੈ, ਕੌਣ ਭੈਣ ਹੈ, ਕੌਣ ਭਰਾ ਤੇ ਕੌਣ ਬਾਪ। ਪੁੱਤਰ ਪਿਓ ਦਾ ਕਤਲ ਕਰਨ ਨੂੰ ਤਿਆਰ ਹੋ ਜਾਂਦਾ ਹੈ, ਮਾਂ ਦਾ ਕਤਲ ਕਰਨ ਨੂੰ, ਭਰਾ ਭਰਾ ਨੂੰ ਮਾਰਨ ਲਈ ਤਿਆਰ ਹੋ ਜਾਂਦਾ ਹੈ। ਇਹ ਲੋਭ ਐਸਾ ਹੈ। ਕਹਿੰਦੇ ਜਦੋਂ ਇਹਨੇ ਵਜ਼ੀਰਾਂ ਤੋਂ ਪੁੱਛਿਆ ਕਿ ਕਿਸੇ ਪਾਸ ਰੁਪਈਆ ਹੈ ਕਿ ਨਹੀਂ, ਤੇ ਵਜ਼ੀਰਾਂ ਨੇ ਕਹਿ ਦਿੱਤਾ ਕਿ ਬਾਦਸ਼ਾਹ ਸਲਾਮਤ, ਹੁਣ ਤਾਂ ਲੱਭਿਆਂ ਵੀ ਰੁਪਈਆ ਨਹੀਂ ਲੱਭਦਾ। ਜਿਸ ਤਰ੍ਹਾਂ ਸਰਦੀਆਂ ਦੇ ਬੱਦਲ ਪਾਣੀ ਤੋਂ ਖਾਲੀ ਹੋ ਜਾਂਦੇ ਨੇ, ਤੇਰੇ ਨਗਰ ਦੀ ਹਾਲਤ ਐਸੀ ਹੋ ਗਈ। ਕਹਿੰਦਾ ਅੱਛਾ। ਫਿਰ ਇਸ ਨੇ ਇੱਕ ਤਰਕੀਬ ਸੋਚੀ ਹੈ, ਆਪਣੀ ਜਿਹੜੀ ਪੁੱਤਰੀ ਸੀ ਉਹ ਮੰਗਵਾਈ ਹੈ। ਕਹਿਓ ਇਸੇ ਕੋ ਵੇਚੋਂ ਜਾਈ ਕਹਿਣ ਲੱਗਾ ਕਿ ਜਾਓ, ਆ ਮੇਰੀ ਧੀ ਹੈ ਨਾ ਜਿਹੜੀ, ਹੁਣ ਜਾਓ ਤੇ ਇਹ ਢੋਂਡੀ ਪਟਵਾ ਦਿਓ ਸਾਰੇ ਪਾਸੇ ਕਿ ਇਸ ਦਾ ਜਿਹੜਾ ਰਿਸ਼ਤਾ ਹੈ ਉਹ ਮੈਂ ਉਹਨੂੰ ਦਵਾਂਗਾ। ਏਕ ਰਜਤ ਪਣ ਜੋ ਨਰ ਦੇਵੈ ਇਹ ਮੇਰੀ ਧੀ ਦਾ, ਪੁੱਤਰੀ ਦਾ ਮੈਂ ਰਿਸ਼ਤਾ ਉਹਦੇ ਹੱਥ ਦਵਾਂਗਾ, ਨਾਤਾ ਜਿਹੜਾ 1 ਰੁਪਈਆ ਦਵੇਗਾ ਸੋ ਪਾਤਸ਼ਾਹੋ ਸੁਤਾ ਕੋ ਲੇਵੈ। ਉਹ ਬਾਦਸ਼ਾਹ ਦੀ ਧੀ ਦੇ ਨਾਲ ਵਿਆਹ ਕਰ ਲੇ। ਹੁਣ ਬਹੁਤ ਵੱਡੀ ਗੱਲ ਸੀ ਉਸ ਦੇਸ਼ ਦੇ ਲਈ ਕਿ ਕੋਈ 1 ਰੁਪਈਆ ਦੇਵੇ, ਤੇ ਰੁਪਈਏ ਦਾ ਉਦੋਂ ਮੁੱਲ ਬਹੁਤ ਸੀ। ਕਹਿਣ ਲੱਗਾ ਕਿ 1 ਰੁਪਈਆ ਦਵੇ ਤੇ ਮੇਰੀ ਧੀ ਦਾ ਰਿਸ਼ਤਾ ਜਿਹੜਾ ਉਹ ਲੈ ਲਵੇ। ਹਸ ਕਹਿ ਠਾਂਡੀ ਕੀਨ ਬਜ਼ਾਰੂ ਇਸ ਤਰ੍ਹਾਂ ਕਹਿ ਕੇ ਤੇ ਬਾਜ਼ਾਰ ਦੇ ਵਿੱਚ ਢੋਂਡੀ ਪਟਵਾ ਦਿੱਤੀ। ਚੰਦ ਬਦਨ ਜਿਹੇ ਲੋਚਨ ਚਾਰੂ ਜਿਸ ਤਰ੍ਹਾਂ ਸੁੰਦਰ ਮੁਖ ਸੀ ਤੇ ਨੇਤਰ ਸੋਹਣੇ ਸਨ। 14 ਸਾਲ ਬਾਲ ਇੱਕ ਆਇਓ ਤੇ 14 ਸਾਲਾਂ ਦਾ ਇੱਕ ਬਾਲਕ ਜਿਹੜਾ ਸੀ ਉੱਥੇ ਪਹੁੰਚਦਾ ਹੈ। ਪਿਖ ਸਰੂਪ ਮਨ ਰਹਿਓ ਲੁਭਾਇਓ। ਜਦੋਂ ਉਹਨੇ ਗੱਲ ਸੁਣੀ ਹੈ ਕਿ ਬਾਦਸ਼ਾਹ ਕਾਰੂ ਦੀ ਪੁੱਤਰੀ ਬੜੀ ਸੁੰਦਰ ਹੈ, ਨੇਤਰ ਸਰੂਪ ਬੜਾ ਸੋਹਣਾ ਹੈ, ਉਹ ਬਾਲਕ ਉਸ ਵੇਲੇ ਉਹਨਾਂ ਤੋਂ ਪੁੱਛਦਾ ਹੈ। ਮਾਤ ਸਮੀਪ ਗਇਓ ਤਬ ਤਾਇਓ। ਉਹਨਾਂ ਸਾਰਿਆਂ ਨੇ ਗੱਲ ਦੱਸ ਦਿੱਤੀ ਹੈ ਕਿ ਬਾਦਸ਼ਾਹ ਨੇ ਕਿਹਾ ਕਿ 1 ਰੁਪਈਆ ਜਿਹੜਾ ਦਵੇਗਾ ਉਹ ਬਾਦਸ਼ਾਹ ਦੀ ਜਿਹੜੀ ਧੀ ਹੈ ਉਹਦੇ ਨਾਲ ਉਹਦਾ ਰਿਸ਼ਤਾ ਪੱਕਾ। ਇਹ 14 ਸਾਲਾਂ ਦਾ ਬਾਲਕ ਆਪਣੇ ਘਰ ਦੇ ਵਿੱਚ ਗਿਆ ਆਪਣੀ ਮਾਂ ਦੇ ਪਾਸ। ਹਵੈ ਆਤੁਰ ਅਸ ਬਚਨ ਅਲਾਇਓ। ਬੜਾ ਦੁਖੀ ਸੀ ਤੇ ਮਾਂ ਨੂੰ ਜਾ ਕੇ ਕਹਿਣ ਲੱਗਾ, ਜਨਨੀ ਏਕ ਰਜਤ ਪਣ ਦੀਜੈ। ਕਹਿੰਦਾ ਏ ਮਾਂ ਕਿਸੇ ਤਰ੍ਹਾਂ ਯਤਨ ਕਰ ਤੇ 1 ਰੁਪਈਆ ਮੇਰੇ ਹੱਥ ਤੇ ਰੱਖ। ਪਾਤਸ਼ਾਹ ਕੀ ਤਨੀਆਂ ਲੀਜੈ। ਤੇ ਬਾਦਸ਼ਾਹ ਦੀ ਧੀ ਦਾ ਰਿਸ਼ਤਾ ਜਿਹੜਾ ਅੱਜ ਮੈਨੂੰ ਮਿਲ ਜਾਣਾ ਹੈ। ਸੁੰਦਰ ਰੂਪ ਅਹੈ ਜਿਸ ਕੇਰਾ। ਜਿਸ ਦਾ ਬੜਾ ਸੁੰਦਰ ਸਰੂਪ ਹੈ। ਇਹ ਸੌਦੇ ਮੈਂ ਲਾਭ ਕਨੇਰਾ। ਇਸ ਗੱਲ ਦੇ ਵਿੱਚ ਸਾਨੂੰ ਬਹੁਤ ਵੱਡਾ ਲਾਭ ਮਿਲੇਗਾ। ਸੁਨ ਸੁਤ ਇੱਕ ਰਜਤ ਪਣ ਨਾਹੀ। ਹੁਣ ਉਹ ਮਾਂ ਸੁਣ ਕੇ ਅੱਗੋਂ ਕਹਿਣ ਲੱਗੀ, ਪੁੱਤਰ 1 ਰੁਪਈਆ ਵੀ ਘਰ ਵਿੱਚ ਨਹੀਂ ਹੈ। ਖੋਜੋ ਸਗਰੇ ਦੇਸ਼ ਜੇ ਮਾਹੀ। ਤੂੰ ਮੇਰੇ ਘਰ ਦੀ ਗੱਲ ਕਰਦਾ? ਸਾਰੇ ਦੇਸ਼ ਦੇ ਵਿੱਚ ਘੁੰਮ ਕੇ ਫਿਰ ਕੇ ਦੇਖ ਆ ਕੇ ਕਿਸੇ ਦੇ ਘਰ ਰੁਪਈਆ ਵੀ ਨਹੀਂ ਬਚਿਆ। ਜੇਕਰ ਮੋਲ ਨਾ ਪਾਸ ਹਮਾਰੇ। ਜੇ ਸਾਡੇ ਘਰ ਦੇ ਵਿੱਚ ਨਹੀਂ ਰੁਪਈਆ ਹੈ, ਕਿਉਂ ਸੌਦੇ ਕੋ ਲੀਨ ਉਚਾਰੇ। ਤੇ ਫਿਰ ਤੂੰ ਇਹ ਰਿਸ਼ਤਾ ਕਿਸ ਤਰ੍ਹਾਂ ਕਰਨ ਨੂੰ ਸੋਚਦਾ ਹੈ? ਤਬ ਹਠ ਗਇਓ ਸੋ ਬਾਲ ਬੇਸਾਲਾ। ਕਹਿੰਦੇ ਹੁਣ ਬਾਲ ਹੱਠ ਵੀ ਬੁਰਾ ਹੁੰਦਾ ਹੈ ਤੇ ਬਾਲਕ ਨੇ ਬਹੁਤਾ ਹੱਠ ਕਰਨਾ ਸ਼ੁਰੂ ਕੀਤਾ, ਜਿੱਦ ਕਰਨ ਲੱਗ ਪਿਆ। ਕਹੇ ਕਿ ਲੈ ਦੀ ਜੋ ਤਤਕਾਲਾ। ਕਹਿਣ ਲੱਗਾ ਮਾਂ ਛੇਤੀ ਨਾਲ ਰੁਪਈਏ ਦਾ ਇੰਤਜ਼ਾਮ ਕਰ ਦੇ, ਨਾ ਤੁਰ ਨਹੀਂ ਜੀਵਨਾ ਮੇਰੋ। ਨਹੀਂ ਤਾਂ ਫਿਰ ਮੈਂ ਵੀ ਆਪਣਾ ਜੀਵਨ ਖਤਮ ਕਰ ਦਵਾਂਗਾ। ਗਿਰਿਓ ਧਰਨ ਪਰ ਖਾਏ ਕੋ ਮੇਰੋ। ਬਸ ਭੁਆਟਣੀ ਖਾ ਕੇ ਤੇ ਧਰਤੀ ਤੇ ਡਿੱਗ ਪਿਆ। ਜਨਨੀ ਰੋਏ ਚਿੰਤ ਬਹੁ ਕਰਹੀ। ਮਾਤਾ ਨੂੰ ਬਹੁਤੀ ਚਿੰਤਾ ਹੋਈ ਤੇ ਰੋਣ ਲੱਗੀ। ਗਹਿ ਕੈ ਸੁਤ ਕੋ ਹਾਥ ਉਚਰਹੀ। ਤੇ ਆਪਣੇ ਬੱਚੇ ਨੂੰ ਉੱਚੀ ਉੱਚੀ ਬੁਲਾ ਕੇ ਤੇ ਉਹਦਾ ਹੱਥ ਚੁੱਕਦੀ ਹੈ। ਜਬ ਤਬ ਪਿਤਾ ਧਰਨ ਦਫਨਾਇਓ। ਗਹਿ ਕੈ ਸੁਤ ਕੋ ਹਾਥ ਉਚਰਹੀ, ਤੇ ਆਪਣੇ ਹੱਥਾਂ ਨਾਲ ਪੁੱਤਰ ਨੂੰ ਚੁੱਕਿਆ ਹੈ। ਕਹਿਣ ਲੱਗੀ, ਪੁੱਤਰ ਸੁਣ ਫਿਰ ਇਹ ਗੱਲ, ਜੇ ਤੂੰ ਹੱਠ ਕਰਦਾ ਹੈ, ਜਿੱਦ ਨਹੀਂ ਛੱਡਦਾ, ਜੇ ਤੈਨੂੰ ਰੁਪਈਆ ਚਾਹੀਦਾ ਹੀ ਹੈ ਤੇ ਫਿਰ ਇਹ ਗੱਲ ਸੁਣ। ਜਨਨੀ ਜਬ ਤਬ ਪਿਤਾ ਧਰਨ ਦਫਨਾਇਓ। ਜਦੋਂ ਤੇਰਾ ਪਿਤਾ ਮਰਿਆ ਸੀ ਨਾ, ਤੇ ਇੱਕ ਰੀਤ ਸੀ ਪੁਰਾਣੀ ਕਿ ਜਦੋਂ ਕੋਈ ਮਰਦਾ ਇਹਨਾਂ ਦੇ ਨਗਰ ਦੇ ਵਿੱਚ ਤੇ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਉਂਦੇ ਸਨ ਜਿਹੜੇ ਧਨਾੜ ਪੁਰਸ਼ ਸਨ ਪਹਿਲਾਂ।
ਕਹਿੰਦੀ ਕਿ ਜਦੋਂ ਤੇਰਾ ਪਿਤਾ ਦਫਨਾਇਆ ਸੀ ਅਸੀਂ ਏਕ ਰਜਤ ਪਣ ਤਿਹ ਮੁਖ ਪਾਇਓ 1 ਰੁਪਈਆ ਤੇਰੇ ਪਿਤਾ ਦੇ ਮੁਖ ਦੇ ਵਿੱਚ ਪਾ ਕੇ ਉਹਨੂੰ ਦਫਨਾਇਆ ਸੀ। ਰਹਿ ਨਾ ਸਕਤ ਸੋ ਲੈ ਹੋ ਨਿਕਾਸੇ ਜੇ ਤੂੰ ਨਹੀਂ ਰਹਿ ਸਕਦਾ ਤੇ ਜਾ ਆਪਣੀ ਪਿਤਾ ਦੇ ਕਬਰ ਦੇ ਵਿੱਚੋਂ ਜਾ ਕੇ ਉਹਦੇ ਮੂੰਹ ਚੋਂ ਰੁਪਈਆ ਕੱਢ ਲੈ। ਇਉ ਸੁਨ ਬਾਲਕ ਭਇਓ ਹੁਲਾਸੇ ਇਹ ਗੱਲ ਸੁਣ ਕੇ ਮਾਂ ਦੀ ਤੇ ਬਾਲਕ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਜਹਾਂ ਪਿਤਾ ਕੀ ਗੋਰ ਬਤਾਈ ਜਿੱਥੇ ਮਾਂ ਨੇ ਪਿਤਾ ਦੀ ਕਬਰ ਦੱਸੀ ਸੀ ਖੋਦਨ ਲੱਗਿਓ ਜਾਏ ਸੋ ਥਾਈ ਉੱਥੇ ਜਾ ਕੇ ਉਹਦੀ ਕਬਰ ਜਿਹੜੀ ਸੀ ਉਹ ਖੋਦਣ ਲੱਗਾ, ਪੁੱਟਣ ਲੱਗਾ ਤਹਤੇ ਤਤ ਛਿਨ ਲੀਨ ਨਿਕਾਸਾ ਤੇ ਉਸ ਕਬਰ ਵਿੱਚੋਂ ਲਾਸ਼ ਦੇ ਮੂੰਹ ਦੇ ਵਿੱਚੋਂ ਰੁਪਈਆ ਕੱਢ ਲਿਆ। ਚਲਿਓ ਬਰਾਜ ਹੈ ਹਿਰਦੈ ਹੁਲਾਸਾ ਮਨ 'ਚ ਬੜਾ ਪ੍ਰਸੰਨ ਹੋਇਆ ਕਿ ਰੁਪਈਆ ਮਿਲ ਗਿਆ, ਗੱਲ ਬਣ ਗਈ। ਹੁਣ ਬਾਦਸ਼ਾਹ ਦੀ ਧੀ ਨੇ ਆਪਣਾ ਰਿਸ਼ਤਾ ਧੀ ਦਾ ਦੇਣਾ ਹੈ। ਬੜਾ ਪ੍ਰਸੰਨ ਹੋ ਕੇ ਉਹਦੇ ਮਹਿਲਾਂ ਵੱਲ ਚੱਲ ਪਿਆ। ਦੀਨ ਰਜਤ ਪਣ ਲੈ ਸੋ ਗਇਓ ਤੇ ਜਿਹੜਾ ਰੁਪਈਆ ਲੈ ਕੇ ਗਿਆ ਸੀ ਉਹਨਾਂ ਦੇ ਹੱਥ ਵਿੱਚ ਦਿੱਤਾ। ਸ਼ੁੱਧ ਕਾਰੂ ਸੁਨ ਬਿਸਮੈ ਪਇਓ ਇਹ ਗੱਲ ਦੀ ਖਬਰ ਜਿਹੜੀ ਸੀ, ਜਿਹੜੇ ਇਹਦੇ ਮੰਤਰੀ ਸਨ, ਵਜ਼ੀਰ ਸਨ, ਉਹਨਾਂ ਨੇ ਕਾਰੂ ਬਾਦਸ਼ਾਹ ਨੂੰ ਦਿੱਤੀ ਹੈ ਕਿ ਤੇਰੀ ਸ਼ਰਤ ਇੱਕ ਬੱਚੇ ਨੇ ਪੂਰੀ ਕਰ ਦਿੱਤੀ। ਤੂੰ ਕਿਹਾ ਸੀ ਕਿ ਕੋਈ ਰੁਪਈਆ ਲਿਆਵੇ ਉਹਨੂੰ ਮੈਂ ਧੀ ਦਾ ਰਿਸ਼ਤਾ ਦੇਵਾਂਗਾ। ਇੱਕ 14 ਸਾਲਾਂ ਦਾ ਬਾਲਕ ਆਇਆ ਹੈ, ਉਹਨੇ ਤੇਰੀ ਸ਼ਰਤ ਪੂਰੀ ਕੀਤੀ ਹੈ। ਗਹਿ ਮਗਵਾਇਓ ਤਿਹ ਤਤਕਾਲਾ ਕਾਰੂ ਕਹਿੰਦਾ ਕਿ ਉਹ ਬਾਲਕ ਨੂੰ ਫੜ ਕੇ ਲਿਆਵੋ, ਉਹਨੂੰ ਗ੍ਰਿਫਤਾਰ ਕਰੋ ਤੇ ਮੇਰੇ ਸਾਹਮਣੇ ਪੇਸ਼ ਕਰੋ। ਆਨ ਸ਼ਾਸਨਾ ਦੀਨ ਬਿਸਾਲਾ ਤੇ ਉਸ ਬਾਲਕ ਨੂੰ ਬੁਲਾ ਕਰਕੇ ਡਰ ਦੇਣ ਲੱਗਾ ਕਿ ਤੈਨੂੰ ਭਾਰੀ ਸਜ਼ਾ ਦਵਾਂਗੇ। ਕਿਹ ਤੇ ਲਿਆਇਓ ਸਾਚ ਬਤਾਵੋ ਸੱਚੋ ਸੱਚ ਦੱਸ ਕੇ ਰੁਪਈਆ ਕਿੱਥੋਂ ਲੈ ਕੇ ਆਇਆ ਹੈ। ਮਾਰੈ ਤੁਰਤ ਜੇ ਕੂਰ ਅਲਾਵੋ ਜੇ ਝੂਠ ਬੋਲੇਗਾ ਤੇ ਤੈਨੂੰ ਸਜ਼ਾ ਦਵਾਂਗੇ ਭਾਰੀ। ਤਬ ਬਾਲਕ ਨੇ ਸਾਚ ਉਚਾਰਾ ਬਾਲਕ ਨੇ ਸੁਣ ਕੇ ਬਾਦਸ਼ਾਹ ਤੋਂ ਸੱਚੋ ਸੱਚ ਇਹ ਗੱਲ ਸਾਰੀ ਦੱਸ ਦਿੱਤੀ। ਮੈਂ ਕਾਢਿਓ ਪਿਤ ਗੋਰ ਮਜਾਰਾ ਕਹਿੰਦਾ ਹੈ ਕਿ ਬਾਦਸ਼ਾਹ ਮੈਂ ਆਪਣੀ ਪਿਤਾ ਦੀ ਕਬਰ ਚੋਂ ਇਹ ਰੁਪਈਆ ਲਿਆਂਦਾ ਹੈ। ਹਮਰੇ ਘਰ ਮਹਿ ਏਕ ਜੇ ਪਾਵੋ ਜੇ ਤੂੰ ਮੇਰੀ ਗੱਲ ਝੂਠੀ ਜਾਣਦਾ ਹੈ, ਸਾਡੇ ਘਰ 1 ਰੁਪਈਆ ਵੀ ਤੈਨੂੰ ਮਿਲ ਜਾਵੇ ਤਾਮੋ ਕੋ ਜਮ ਧਾਮ ਪਠਾਵੋ ਤੇ ਫਿਰ ਭਾਵੇਂ ਮੈਨੂੰ ਕਤਲ ਕਰ ਦਵੀਂ, ਮਾਰ ਦਵੀਂ। ਜਿਹੜੀ ਗੱਲ ਮੈਂ ਕਹਿਣਾ ਇਹ ਸੱਚੀ ਹੈ। ਜਬ ਐਸੀ ਕਾਰੂ ਸੁਧ ਪਾਈ ਜਦੋਂ ਕਾਰੂ ਬਾਦਸ਼ਾਹ ਨੇ ਇਹ ਗੱਲ ਬਾਲਕ ਤੋਂ ਸੁਣੀ ਹੈ ਸਭ ਹੀ ਗੋਰਾਂ ਲੀਨ ਖੁਦਾਈ ਤੇ ਇਹ ਜ਼ੁਲਮੀ ਤੇ ਪਾਪੀ ਰਾਜਾ ਸੀ, ਇਹਨੇ ਸਾਰੀਆਂ ਹੀ ਨਗਰ ਦੀਆਂ ਕਬਰਾਂ ਪਟਵਾ ਦਿੱਤੀਆਂ। ਬਾਲਕ ਤੋਂ ਪਤਾ ਲੱਗਾ ਕਿ 1 ਰੁਪਈਆ ਜਿਹੜਾ ਉਹ ਕਬਰ ਦੇ ਵਿੱਚੋਂ ਪੁੱਟ ਕੇ ਲਿਆਇਆ, ਇਹ ਕਾਰੂ ਬਾਦਸ਼ਾਹ ਨੇ ਸਾਰੇ ਨਗਰ ਦੀਆਂ ਕਬਰਾਂ ਪਟਵਾ ਦਿੱਤੀਆਂ। ਕਹੂੰ ਕਹੂੰ ਤੇ ਪਾਇਓ ਸੋਈ ਹੁਣ ਜਿਹੜੇ ਧਨਾੜ ਸਨ ਉਹ ਰੁਪਈਆ ਪਾ ਕੇ ਦਫਨ ਕਰਦੇ ਸੀ ਲਾਸ਼ ਨੂੰ। ਕਿਸੇ ਕਿਸੇ ਲਾਸ਼ ਦੇ ਵਿੱਚੋਂ 1 ਰੁਪਈਆ ਜਿਹੜਾ ਮਿਲਦਾ ਗਿਆ। ਇਹ ਸਮ ਜ਼ੁਲਮੀ ਔਰ ਨਾ ਕੋਈ ਤੇ ਇਹ ਜਿਹੜੇ ਦਰਬਾਨ ਅੱਗੇ ਖੜੇ ਨਾ ਪਹਿਰੇਦਾਰ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸ ਰਹੇ ਨੇ। ਕਹਿੰਦੇ ਨੇ ਮਹਾਰਾਜ ਇਹਦੇ ਵਰਗਾ ਪਾਪੀ ਦੱਸੋ ਹੋਰ ਕੌਣ ਹੋ ਸਕਦਾ ਹੈ। ਇਹ ਇੰਨਾ ਲੋਭੀ ਹੈ ਕਿ ਇਹਨੇ ਲਾਸ਼ਾਂ ਨੂੰ ਵੀ ਨਹੀਂ ਬਖਸ਼ਿਆ, ਇਹਨਾਂ ਇਹਦੇ ਤੇ ਲੋਭ ਭਾਰੀ ਹੈ। ਇਹ ਗੱਲਬਾਤ ਸਾਰੀ ਇਹਨਾਂ ਦਰਵਾਨਾਂ ਨੇ, ਪਹਿਰੇਦਾਰਾਂ ਨੇ ਸਤਿਗੁਰਾਂ ਨੂੰ ਸੁਣਾਈ ਹੈ। ਦਰਵਾਨਨ ਤੇ ਸੁਨ ਗੁਣ ਖਾਨੀ ਗੁਣਾਂ ਦੀ ਖਾਨ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਪਹਿਰੇਦਾਰਾਂ ਤੋਂ ਇਹ ਗੱਲ ਸੁਣ ਕੇ ਪੁਨ ਤਿਨ ਸੰਗ ਕਹੀ ਅਸਬਾਨੀ ਮਹਾਰਾਜ ਇਹਨਾਂ ਨੂੰ ਕਹਿਣ ਲੱਗੇ ਗੁਨਹਗਾਰ ਇਹ ਦੋਜਕ ਜਾਈ। ਸਤਿਗੁਰੂ ਜੀ ਕਹਿਣ ਲੱਗੇ ਏਡਾ ਵੱਡਾ ਜਿਹੜਾ ਗੁਨਹਗਾਰ ਪਾਪੀ ਹੈ ਨਾ, ਇਹ ਦੋਜਕ ਜਾਈ, ਇਹ ਨਰਕਾਂ ਨੂੰ ਜਾਵੇਗਾ ਜਿਨੇ ਇਹਨੇ ਜ਼ੁਲਮ ਕੀਤੇ ਹਨ। ਹੈ ਸਦ ਹੈਫ ਜੋ ਕਰੀ ਕਮਾਈ ਤੇ ਹੈ ਸਦ ਹੈਫ ਜੋ ਕਰੀ ਕਮਾਈ, ਜਿਹੜੀ ਕਮਾਈ ਇਹਨੇ ਕੀਤੀ ਹੈ, ਜਿਹਦੇ ਨਾਲ ਇਹਨੇ ਧਨ ਜੋੜਿਆ ਹੈ, ਇਹਦੀ ਕਮਾਈ ਤੇ ਬੜਾ ਅਫਸੋਸ ਹੈ। ਅਫਸੋਸ ਉਹਨਾਂ ਤੇ ਹੁੰਦਾ ਹੈ ਜਿਹੜੇ ਪਾਪਾਂ ਦੇ ਨਾਲ ਧਨ ਲਿਆਉਂਦੇ ਹਨ, ਘਰ ਭਰਨ ਦਾ ਯਤਨ ਕਰਦੇ ਹਨ। ਜਿਹੜੇ ਦਸਾਂ ਨੌਹਾਂ ਦੀ ਕਿਰਤ ਕਰਦੇ ਨੇ ਉਹਨਾਂ ਨੂੰ ਡਰ ਕਾਹਦਾ, ਉਹ ਤਾਂ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਰਕੇ ਗੁਰੂ ਕਾ ਬਚਨ ਮੰਨ ਕੇ ਉਹ ਮਾਇਆ ਨੂੰ ਵੀ ਸਫਲੀ ਕਰਦੇ ਹਨ। ਮਹਾਰਾਜ ਕਹਿਣ ਲੱਗੇ ਜਿਹੜੀ ਕਮਾਈ ਇਹਨੇ ਕੀਤੀ ਆ ਉਹਦੇ ਤੇ ਬੜਾ ਅਫਸੋਸ ਹੈ ਸਾਨੂੰ। ਤ੍ਰਿਗ ਜੀਵਨ ਇਹ ਕੋ ਜਗ ਮਾਹੀ ਇਸ ਦਾ ਸੰਸਾਰ ਦੇ ਵਿੱਚ ਜਿਉਣਾ ਹੀ ਤਰਕਾਰ ਹੈ। ਇਹ ਠਾਂ ਅਪਜਸ ਮਰ ਦੁਖ ਪਾਹੀ ਜਿਹੜਾ ਇਹਨੇ ਪਾਪ ਕਰਦਾ ਹੈ ਸੰਸਾਰ ਦੇ ਵਿੱਚ ਵੀ ਅਪਜਸ ਹੁੰਦਾ ਹੈ। ਲੋਕ ਬੁਰਾ ਕਹਿੰਦੇ ਹਨ, ਮਰ ਕੇ ਵੀ ਪਰਲੋਕ ਵਿੱਚ ਦੁੱਖ ਪਾਉਂਦੇ ਹਨ। ਪਰਵਦਗਾਰ ਜਹਾਂ ਦਰਗਾਹ ਜਿੱਥੇ ਪਰਵਦਗਾਰ ਦੀ ਉਹ ਅਕਾਲ ਪੁਰਖ ਦੀ ਪਰਮੇਸ਼ਰ ਦੀ ਦਰਗਾਹ ਹੈ, ਵਿਸਾਲ ਖਤਾਵੰਦ ਤਾਹਾ ਉਥੇ ਕਸੂਰਵੰਦ ਠਹਿਰਾਇਆ ਜਾਵੇਗਾ। ਇੱਥੇ ਤਾਂ ਲੋਕਾਂ ਨੂੰ ਧਨ ਦੇ ਕੇ ਬਰੀ ਹੋ ਜਾਂਦਾ ਹੈ ਕਿ ਮੈਂ ਪਾਪ ਕੀਤੇ ਹੀ ਨਹੀਂ, ਭਾਵੇਂ ਸਾਰੀ ਪ੍ਰਜਾ ਜਾਣਦੀ ਹੈ, ਪਰ ਜ਼ੋਰ ਨਹੀਂ ਨਾ ਸੱਤਾ ਅੱਗੇ ਨਾ ਧਨ ਅੱਗੇ, ਕਿਉਂਕਿ ਬਰਾਬਰੀ ਨਹੀਂ ਕੋਈ ਉਸ ਦੀ ਕਰ ਸਕਦਾ। ਪਰ ਗੁਰਦੇਵ ਕਹਿੰਦੇ ਜਦੋਂ ਖੁਦਾ ਦੀ ਦਰਗਾਹ ਦੇ ਵਿੱਚ ਜਾਵੇਗਾ
ਉਥੇ ਤਾਂ ਕਸੂਰਵਾਰ ਹੀ ਠਹਿਰਾਵਿਆ ਜਾਵੇਗਾ ਨਾ। ਉਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਖ ਕੱਢੈ ਜਜ ਮਾਲਿਆ। ਇਹ ਹਾਲ ਇਹਨਾਂ ਦਾ ਹੋਵੇਗਾ। ਜਿਸ ਤਰ੍ਹਾਂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਕਾਰੂ ਬਾਦਸ਼ਾਹ ਦੇ ਤਾਈਂ ਸਤਿਗੁਰੂ ਇਹਨੂੰ ਬੁਲਾਉਣਗੇ, ਠੀਕਰਿਆਂ ਦੁਆਰਾ ਸਤਿਗੁਰੂ ਉਪਦੇਸ਼ ਦੇਣਗੇ। ਫਿਰ ਪਾਤਸ਼ਾਹ ਜੀ ਨੇ ਨਸੀਹਤਨਾਮਾ ਉਚਾਰਨ ਕੀਤਾ ਹੈ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਜੋ ਉਪਦੇਸ਼ ਸਤਿਗੁਰਾਂ ਨੇ ਸਾਡੀ ਝੋਲੀ ਪਾਇਆ ਹੈ, ਦਿੱਤਾ ਉਪਦੇਸ਼ ਸਤਿਗੁਰਾਂ ਦਾ ਸਾਡੇ ਹਿਰਦਿਆਂ 'ਚ ਵਸ ਜਾਵੇ। ਇਹਦੀ ਕਮਾਈ ਕਰ ਸਕੀਏ ਇਹਨਾਂ ਬਚਨਾਂ ਦੀ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਹੋਈ ਭੁੱਲ ਚੁੱਕ ਦੀ ਖਿਮਾ ਕਰ ਦੇਣੀ ਜੀ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਸਮਾਪਤੀ ਹੈ ਜੀ। ਤ੍ਰਿਗ ਜੀਵਨ ਇਹ ਕੋ ਜਗ ਮਾਹੀ, ਇਹ ਠਾਂ ਅਪ ਜਸ ਮਰ ਦੁਖ ਪਾਹੀ। ਪਰਵਦਗਾਰ ਜਹਾਂ ਦਰਗਾਹ, ਅਹ ਵਿਸਾਲ ਖਤਾਵੰਦ ਤਾਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।